मेरी नूंह ने मैनू कढ़िया, पहला तो मेरे सिर विच सुटिया कुछ, अन्नी हो गई, मैं जमा ही नहीं दिखा 2 दिन। मेरी नूंह ने मैनू 10 फेरी मेरे ते बार करिया चीज़ां ना भी ये खत्म हो जी। सब्जी च पा के मैनू मारन दी खातर दिता। हजे मैं 2 ही फाड़ियां खादियां नहीं, मैं 1 महीना पई रही, किसी ने पानी नहीं दिता, ना पुत ने, ना नूंह ने, ना पोते ने, ना पोती ने। मैनू देख के रोंदी नू पई नू, मामा धियां जिहड़े 3 कमरे ने, दोने देख के बढ़ जांदियां सी अंदर। पुत ने 1 5 पैसे की दवाई नहीं लेके दिती, पुछया नहीं भी माता की हो गया तैनू, कुड़ी मेरी मैनू सांभे चाहे ना लफ्ज बोलिया माता नूं। आ देखो तुहानूं मैं एक्सरे दिखाउणी आ, माता दे गंढ किड्डी आ, तुसीं हत्थ ला के वेखो, रोटी नहीं लंघदी। पोते ने ते नूंह ने कुट्टी आ हुण दर्द उठ खड़िया। बस बस कोई नहीं, माड़ा जा रोक कुछ लो, कोई नहीं दस लो। जिंदा लाता तोड़ के मेरा जिंदा, नाले चक के भांडा ठींडा सब चक के अंदर ले गई। पेटी पई है एक, उथे 1 मंजी पई है, खोलदा ही नहीं जिंदा। कह के थक गई, सरपंच कोले जाके थक गई, सियाणिया बंदियां नूं भी कहा, कहंदे भाई मनना नहीं साडे, ये धी नूं मैं तोड़ के इत्थों मैनू कौन सांभूगा। 10 साल रुपया दिता, 10,000 लै पुत सरिया लैके रख ला, लै पुत इट्टां लैके रख लै, महंगियां हो जांदियां ने हैं। जदों बनाउण लगे 4,000 नूं 4,000 ਇੱਟ 5 फेर लैके दित्ती, 30 बोरियां सीमेंट दियां लैके दित्तियां। 2 महीने कोले खड़ के मकान बना ला। 8 साल किराए ते रही, 8 साल नानी दोते दोने। ਹੁਣ ਐਡੇ ਐਡੇ ਇਲਜ਼ਾਮ ਲਾਉਂਦੀ ਆ, ਕਹਿੰਦੀ ਆ ਵੀ ਮੁੰਡਾ ਬੁਰੀ ਨਿਗਾਹ ਮੇਰੇ ਬੰਨੀ ਝਾਕਦਾ, ਸ਼ਾਦੀशुदा ਤੁਹਾਡੇ ਵਰਗੀ ਮੇਰੀ ਨੂੰਹ ਆ, ਉਹ ਇਹਦੇ ਤੇ ਕੀ ਬੁਰੀ ਨਜ਼ਰ ਝਾਕੂਗਾ। ਉਹ ਵੀ ਦਿਨ ਸੀ ਜਦੋਂ ਕਹਿੰਦੀ ਸੀ ਤੇਰਾ ਮਾਮਾ ਬਾਹਰ ਗਿਆ, ਤੂੰ ਬੈੱਡ ਤੇ ਆ ਕੇ ਮੇਰੇ ਕੋਲੇ ਪੈ ਜਾ ਮੇਰੇ ਪੁੱਤ ਨੂੰ। ਉਹ ਪੁੱਤ ਵੀ ਉਦੋਂ ਵੀ ਮੇਰਾ ਕੋਲੇ ਪੈਂਦਾ ਸੀਗਾ। ਕਣਕਾਂ ਕੱਟੀਆਂ ਮੈਂ ਕੱਲੀ, ਬੜਾ ਕੰਮ ਕਰਿਆ ਪਿੰਡ 'ਚ ਮੇਰੇ। ਮੈਂ ਕਹਿੰਦੀ ਸਾਰਾ ਅਗਵਾ ਇਹ ਮਾਤਾ ਨੂੰ ਕੱਢਿਆ ਕਿਉਂ ਗਿਆ। ਇਹ ਮਾਤਾ ਨੇ ਬੜੇ ਹੀ ਲੋਕਾਂ ਦੇ ਕੰਮ ਕਰ ਕਰ ਮਿਹਨਤ ਕਰਕੇ ਪਾਲੀ, ਇਹ ਮਾਤਾ ਨੂੰ ਕਿਉਂ ਘਰੋਂ ਕੱਢਿਆ। ਸਾਰੇ ਕਹਿੰਦੇ ਨੇ, ਹਰੇਕ ਕਹਿੰਦਾ ਇਸ ਮਾਂ ਨੂੰ ਧੱਕੇ ਮਿਲਦੇ ਅਸੀਂ ਇਸ ਮਕਾਨ ਦਾ ਕਿਰਾਇਆ ਭਰ ਰਹੀਆਂ। ਸਾਡੇ ਦੋਨੇ ਕਮਰਿਆਂ ਨੂੰ ਇਹਨਾਂ ਨੇ ਜਿੰਦੇ ਲਾ ਰੱਖਿਆ। ਇੱਕ 'ਚ ਹੁਣ 23 ਤਰੀਕ ਨੂੰ ਐਸੇ ਦਿਨ ਅਗਸਤ ਦਿਨ ਉੱਤੇ ਏਸੀ ਲਾ ਲਿਆ ਕਬਜ਼ਿਆਂ ਦਾ ਮਾਰਿਆ। ਬੀਬੀ ਨੇ ਹਾਰ ਕੇ ਬੇਦਖਲ ਕਰ ਦਿੱਤਾ। 22 ਸਾਲ ਹੋ ਗਏ ਵਿਆਹੀ ਨੂੰ, ਕਦੇ ਚੁੰਨੀ ਨਹੀਂ ਲੈ ਕੇ ਦਿੱਤੀ, ਕਦੇ ਚੁੰਨੀ। ਦੂਈ ਨੂੰ 30 ਸਾਲ ਹੋ ਗਏ ਵਿਆਹੀ ਨੂੰ, ਉਹਨੇ ਨਹੀਂ ਕਦੇ ਚੁੰਨੀ ਲੈ ਕੇ ਦਿੱਤੀ। ਸਾਰਿਆਂ ਤੋਂ ਵੱਡਾ ਮੁੰਡਾ ਕਰੰਟ ਲੱਗ ਕੇ ਮਾਤਾ ਦਾ ਮਰ ਗਿਆ ਸੀ। ਉਸ ਤੋਂ ਛੋਟੀ ਮੈਂ ਆ, ਮੇਰੇ ਤੋਂ 8 ਸਾਲ ਛੋਟਾ ਮੇਰਾ ਭਰਾ ਵਾ, ਉਹ ਵੀ ਮਰ ਗਿਆ। ਇਹ ਸਾਰਿਆਂ ਮੇਰੇ ਤੋਂ 14 ਸਾਲ ਛੋਟਾ ਵਾ। ਤੇ ਅੱਜ ਇਹ ਕਹਿੰਦੀ ਆ, ਕਦੇ ਉਹਨੂੰ ਕਹਿੰਦੀ ਆ ਇਹ ਚਿੱਟਾ ਵੇਚਦਾ। ਜਦੋਂ ਬੰਦੇ ਤੇ ਇਹੋ ਜਿਹੇ ਇਲਜ਼ਾਮ ਲਾਉਂਦੀ ਆ ਇਹ, ਫਿਰ ਇਹਦੇ ਨਾਲ ਕੌਣ ਭਲੀ ਗੁਜ਼ਾਰੂ। ਅਸੀਂ ਫਿਰ ਇਹਨੂੰ ਛੱਡਾਂਗੇ। ਸਾਨੂੰ ਲੋਕਾਂ ਨੇ ਬਹੁਤ ਕਿਹਾ ਸੀਗਾ ਵੀ ਇਸ ਜਨਾਨੀ ਨੇ ਪਹਿਲਾਂ 2 ਘਰ ਖਰਾਬ ਇਹਨਾਂ ਨੇ ਕੀਤੇ, ਤੁਸੀਂ ਨਾ ਕਰੋ। ਅਸੀਂ ਆਖਿਆ ਖਬਰ ਆ ਇਹਦੀ ਕਿਸਮਤ ਦੇ ਵਿੱਚ ਵੀ ਕੋਈ ਧੱਕਾ ਹੋਊਗਾ, ਅਸੀਂ ਇਹ ਕੰਮ ਨਹੀਂ ਕਰਦੇ। ਜਦੋਂ ਹਾਂ ਕਰਤੀ, ਹੁਣ ਨਾ ਨਹੀਂ ਕਰਨੀ। ਤੁਸੀਂ ਵੀ ਇਹਨਾਂ ਦਾ ਚੰਗਾ ਹੀ ਸੋਚਿਆ, ਪਰ ਉਹਨਾਂ ਨੇ ਤੁਹਾਡਾ ਨਹੀਂ ਸੋਚਿਆ। ਸਾਡਾ ਸੋਚਿਆ। ਕਹਿੰਦੀ ਗੈਸ ਚੁੱਲ੍ਹਾ ਲੈ ਕੇ 500 ਦਾ ਬੁੜੀ ਤੋਂ ਮੈਂ ਕਿਸੇ ਤੋਂ ਲੈ ਕੇ ਉਹਨੂੰ ਚੁੱਲ੍ਹਾ ਲੈ ਕੇ ਦੇ ਗਈ। ਜਦੋਂ ਮੈਂ ਆਉਣਾ, ਕਦੇ ਇਹਨੂੰ ਕੱਪੜੇ ਲੈ ਕੇ ਆਉਣੇ, ਕਦੇ ਇਹਦੀ ਧੀ ਨੂੰ ਲੈ ਕੇ ਆਉਣੇ।
ਮੈਂ ਕਹਿਣਾ ਮੇਰੀ ਭਰਜਾਈ ਆ, ਮੇਰੇ ਤੋਂ ਛੋਟੀ ਆ। ਉਸ ਭਰਜਾਈ ਨੇ ਕਦੇ ਮੈਨੂੰ 3 ਕੱਪੜੇ ਨਹੀਂ ਦਿੱਤੇ। ਘਰ ਵੀ ਪਵਾ ਲਿਆ। ਘਰ ਵੇਲੇ ਮੈਂ 35,000 ਰੁਪਈਆ ਆਪਦੀ ਮੈਡਮ ਤੋਂ ਲੈ ਕੇ ਆਈ। ਮੈਨੂੰ ਮੈਡਮ ਕਹਿੰਦੀ ਤੈਨੂੰ ਦੇਣਾ ਨਹੀਂ। ਮੈਂ ਕਿਹਾ ਕੋਈ ਨਾ ਦਊ, ਮੇਰੀ ਮਾਂ ਬੈਠੀ। ਪਰ ਅੱਜ ਜਿਹੜੀ ਮੇਰੀ ਭਰਜਾਈ ਮੈਨੂੰ ਅੱਖੀਂ ਦੇਖ ਕੇ ਜਦੋਂ ਮੈਂ ਬਾਹਰ 'ਚ ਨਿਕਲ ਜਾਂਦੀ ਆ ਤਾਂ ਮੱਥੇ ਨੂੰ ਲੁਕੋ ਕੇ ਘੁੰਡ ਕੱਢ ਕੇ ਲੰਘਦੀ ਆ ਵੀ ਇਹ ਮੱਥੇ ਕਿਉਂ ਲੱਗ ਗਈ। ਪੁੱਤ ਦਾ ਹੱਕ ਸੀ, ਕਹਿ ਦਿੰਦਾ ਮਾਂ ਤੁਸੀਂ ਇੱਧਰ ਕਿਉਂ ਸਮਾਨ ਧਰਿਆ ਗਵਾਂਢੀਆਂ ਘਰੇ, ਮੇਰੀ ਬੇਇੱਜ਼ਤੀ ਹੁੰਦੀ ਆ, ਤੁਸੀਂ ਆਵੋ ਮੈਂ ਜਿੰਦਾ ਖੋਲਦਾ। ਪਰ ਇਹੀ ਕਹਿੰਦਾ ਵੀ ਕੁੜੀ ਨਾ ਰਵੇ ਕੋਲੇ। ਮਾਂ ਕਹਿੰਦੀ ਆ ਵੀ ਮੈਂ ਕੁੜੀ ਛੱਡਣੀ ਨਹੀਂ ਗੀ। ਪਰ ਇਹ ਮੇਰੇ ਭਰਾ ਨੇ ਕੁਛ ਨਹੀਂ ਸੋਚਿਆ। ਇਹੀ ਸੋਚਦਾ ਸਾਡੀ ਮਾਂ ਨੇ ਲੋਕਾਂ ਦੇ ਭਾਂਡੇ ਮਾਂਜ ਕੇ ਸਾਨੂੰ ਪਾਲਿਆ। ਮੇਰੇ ਉਹ ਗੱਲਾਂ ਯਾਦ ਨੇ। ਅਸੀਂ ਕਦੇ ਕੱਪੜਾ ਨਹੀਂ ਸੀ ਸਮਾਇਆ, ਲੋਕਾਂ ਦਾ ਲਾਇਆ ਪਾਇਆ ਪਾ ਕੇ। ਮੈਨੂੰ ਇੱਕ ਕੌਲੀ ਨਹੀਂ ਦਿੱਤੀ ਪਾਣੀ ਪੀਣ ਨੂੰ ਜਦੋਂ ਮੇਰੀ ਸ਼ਾਦੀ ਹੋਈ ਸੀ। ਮੈਂ ਤਾਂ ਵੀ ਸਬਰ ਦੀ ਘੁੱਟ ਭਰ ਕੇ ਆਪਦੇ ਬਈ ਕਦੇ ਮੈਨੂੰ ਸੁਣਾਇਆ ਨਹੀਂ ਸੀ ਮੇਰੇ ਸੱਸ ਸਹੁਰੇ ਨੇ ਵੀ ਤੂੰ ਕੁਛ ਲੈ ਕੇ ਨਹੀਂ ਆਈ। ਮੇਰਾ ਬੰਦਾ ਇਹੋ ਜਿਹਾ ਸੀਗਾ, ਬਹੁਤ ਜ਼ਿਆਦਾ ਚੰਗਾ। ਮੈਂ ਕਹਿੰਦੀ ਹਰ ਇੱਕ ਨੂੰ ਮਿਲਿਆ, ਕਦੇ ਉਹਨੇ ਆਏ ਨਹੀਂ ਸੀ ਆਖਿਆ। ਫਿਰ ਮਾਤਾ ਦੇ ਆਪਰੇਸ਼ਨ ਹੋਏ, ਮੇਰੇ ਬੰਦੇ ਨੇ ਆਪ ਕਰਵਾਏ। ਪਹਿਲਾਂ ਮਾਤਾ ਦੀਆਂ ਅੱਖਾਂ ਦਾ ਆਪਰੇਸ਼ਨ ਕਰਾਇਆ, ਫਿਰ ਮਾਤਾ ਦੇ ਪਿੱਤੇ ਦਾ ਕਰਾਇਆ, ਫਿਰ ਮਾਤਾ ਦੇ 4.5 ਕਿਲੋ ਰਸੌਲੀ ਨਿਕਲੀ, ਹਜੇ ਵੀ ਮੇਰੇ ਕੋਲੇ ਕਾਗਜ਼ ਪਏ ਆ। ਫਿਰ ਮਾਤਾ ਦਾ ਅਸੀਂ ਉਹ ਆਪਰੇਸ਼ਨ ਕਰਾਇਆ। ਡਾਕਟਰ ਵੀ ਅਜੇ ਜਿਉਂਦਾ, ਮਿੱਤਲ ਜੀ ਨੇ ਕੀਤਾ ਵਾ। ਮੈਨੂੰ ਆਪਦਾ ਘਰ ਚਾਹੀਦਾ। ਮੈਂ ਲੋਕਾਂ ਦੇ ਕਮਰਿਆਂ ਵਿੱਚ ਨਹੀਂ ਨਾ ਬੈਠਾ, ਮੈਂ ਆਪਦੇ ਘਰ ਵਿੱਚ ਬੈਠਾ। ਸਾਡੇ ਕੋਲੇ ਕੁਛ ਨਹੀਂ, ਕੋਈ ਕੂਲਰ ਨਹੀਂ, ਕੋਈ ਪੱਖਾ ਨਹੀਂ, ਕੁਛ ਨਹੀਂ। ਅਸੀਂ ਮਾਵਾਂ ਧੀਆਂ ਨੇ ਸਾਰੀ ਗਰਮੀ ਕੱਟੀ ਆ। ਤਾਂ ਇੱਕ ਬਈ ਗਰਮੀ 'ਚ ਰਾਤ ਨੂੰ ਬਾਹਰ ਪੈਂਦੇ ਹਾਂ, ਗਰਮੀ 'ਚ ਪੈਂਦੇ ਹਾਂ। ਕਿਹਾ ਜਾਂਦਾ ਹੈ ਕਿ ਬੱਚੇ ਮਾਪੇ ਜਿਹੜੇ ਹੁੰਦੇ ਆ ਉਹ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਲਈ ਆਪਣੀ ਜ਼ਿੰਦਗੀ ਵੀ ਕੁਰਬਾਨ ਕਰ ਦਿੰਦੇ ਨੇ। ਆਪਣੀ ਹਰ ਇੱਕ ਕੋਸ਼ਿਸ਼ ਕਰ ਦਿੰਦੇ ਨੇ ਕਿ ਉਹਨਾਂ ਦੇ ਬੱਚਿਆਂ ਦਾ ਜਿਹੜਾ ਹੈ ਜੀਵਨ ਸੰਵਰ ਸਕੇ, ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਸੰਵਰ ਸਕੇ। ਪਰ ਜਦ ਮਾਪਿਆਂ ਦੀ ਵਾਰੀ ਆਉਂਦੀ ਹੈ, ਜਦ ਉਹਨਾਂ ਨੂੰ ਜਿਸ ਉਮਰ ਵਿੱਚ ਸਹਾਰੇ ਦੀ ਲੋੜ ਪੈਂਦੀ ਹੈ, ਉਸ ਉਮਰ ਵਿੱਚ ਹੀ ਜਿਹੜੇ ਬੱਚੇ ਹੈ ਆਪਣੇ ਮਾਪਿਆਂ ਦਾ ਹੱਥ ਛੱਡ ਦਿੰਦੇ ਨੇ। ਜਿਸ ਉਮਰ ਵਿੱਚ ਉਹਨਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ, ਉਸ ਉਮਰ ਵਿੱਚ ਹੀ ਜਿਹੜੇ ਮਾਪੇ ਹੁੰਦੇ ਹੈ ਉਹਨਾਂ ਨੂੰ ਦਰ ਦਰ ਦੀ ਠੋਕਰਾਂ ਖਾਣੀਆਂ ਪੈਂਦੀਆਂ ਨੇ। ਅਤੇ ਅਜਿਹਾ ਹੀ ਇੱਕ ਮਾਮਲਾ ਜਿਹੜਾ ਸਾਹਮਣੇ ਆਉਂਦਾ ਹੈ, ਲੁਧਿਆਣਾ ਦੇ ਏਆਲੀ ਪਿੰਡ ਵਿੱਚ ਆਪਾਂ ਮੌਜੂਦ ਹਾਂ, ਜਿੱਥੇ ਇੱਕ ਮਾਤਾ ਜੋ ਕਿ ਜਿਸਨੇ ਆਪਣੇ ਇਹ ਬੱਚਿਆਂ ਦਾ ਘਰ ਪੂਰਾ ਵਧੀਆ ਤਰ੍ਹਾਂ ਬਣਵਾ ਕੇ ਦਿੱਤਾ ਅਤੇ ਪੂਰਾ ਪੈਸਾ ਲਾ ਕੇ ਦਿੱਤਾ, ਸਾਰਾ ਘਰ ਬਣਵਾ ਕੇ ਦਿੱਤਾ। ਘਰ ਵਿੱਚ ਹਰ ਚੀਜ਼ ਜਿਹੜੀ ਹੈ ਮੌਜੂਦ ਹੈ, ਪਰ ਅੱਜ ਉਸ ਮਾਤਾ ਨੂੰ ਹੀ ਘਰੋਂ ਕੱਢ ਦਿੱਤਾ ਗਿਆ ਹੈ। ਅਤੇ ਇਹ ਵੀ ਦੱਸ ਦਈਏ ਕਿ ਜਿਹੜੀ ਮਾਤਾ ਹੈ ਉਸਦੀ ਅੱਖਾਂ ਵੀ ਨਹੀਂ ਨੇ। ਅਤੇ ਆਪਾਂ ਉਹੀ ਮਾਤਾ ਨਾਲ ਅੱਜ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ ਕਿ ਉਹਨਾਂ ਨਾਲ ਅਜਿਹਾ ਕੀ ਬੀਤਿਆ ਕਿ ਉਹਨਾਂ ਨੂੰ ਅੱਜ ਇੱਦਾਂ ਦਾ ਆਪਣਾ ਸਮਾਂ ਗੁਜ਼ਾਰਨਾ ਪੈ ਰਿਹਾ ਹੈ। ਮਾਤਾ ਜੀ, ਅਜਿਹਾ ਤੁਹਾਡੇ ਨਾਲ ਕੀ ਹੋ ਗਿਆ ਜੋ ਤੁਹਾਨੂੰ ਹੁਣ ਜਿਹੜਾ ਹੈ ਘਰੋਂ ਤੁਸੀਂ ਆਪਣੇ ਘਰ ਤੋਂ ਬੇਘਰ ਹੋ ਗਏ ਹੋ? ਅਜਿਹਾ ਕੀ ਹੋ ਗਿਆ ਤੁਹਾਡੇ ਨਾਲ? ਦੱਸੋ। ਕਹਿੰਦੇ ਵੀ ਤੁਹਾਡੇ ਨਾਲ ਕੀ ਹੋਇਆ, ਕਿਉਂ ਘਰੋਂ ਕੱਢਿਆ ਗਿਆ? ਰੋਣਾ ਨਹੀਂ ਗਾ ਆਪਾਂ। ਹਾਂ ਤੂੰ ਦੱਸ ਵੀ ਕਿਉਂ ਕੱਢਿਆ ਤੇਰੀ ਨੂੰਹ ਨੇ ਤੈਨੂੰ ਘਰੋਂ? ਕੋਈ ਕਾਤੇ ਰੋਣਾ ਮੈਂ? ਹਾਂ ਰੋਣਾ ਨਹੀਂ ਹੈ। ਮੇਰੀ ਨੂੰਹ ਨੇ ਮੈਨੂੰ ਕੱਢਿਆ, ਪਹਿਲਾਂ ਤਾਂ ਮੇਰੇ ਸਿਰ ਵਿੱਚ ਸੁੱਟਿਆ ਕੁਛ। ਅੰਨੀ ਹੋ ਗਈ, ਮੈਂ ਜਮਾ ਹੀ ਨਹੀਂ ਦਿਖਿਆ 2 ਦਿਨ। ਮੇਰੀ ਨੂੰਹ ਨੇ ਮੈਨੂੰ 10 ਫੇਰੀ ਮੇਰੇ ਤੇ ਬਾਹਰ ਕਰਿਆ ਚੀਜ਼ਾਂ ਦਾ ਵੀ ਇਹ ਖਤਮ ਹੋ ਜੇ। ਜਿਹੜਾ ਕੋਈ ਮੇਰੇ ਘਰ ਆਉਂਦਾ ਉਹਨੂੰ ਇਹ ਦੇਖੇ ਨਾ। ਸਬਜ਼ੀ 'ਚ ਪਾ ਕੇ ਮੈਨੂੰ ਮਾਰਨ ਦੀ ਖਾਤਰ ਦਿੱਤਾ। ਹਜੇ ਮੈਂ 2 ਹੀ ਫਾੜੀਆਂ ਖਾਧੀਆਂ ਨੇ। ਮੈਂ 1 ਮਹੀਨਾ ਪਈ ਰਹੀ। ਕਿਸੇ ਨੇ ਪਾਣੀ ਨਹੀਂ ਦਿੱਤਾ, ਨਾ ਪੁੱਤ ਨੇ, ਨਾ ਨੂੰਹ ਨੇ, ਨਾ ਪੋਤੇ ਨੇ, ਨਾ ਪੋਤੀ ਨੇ। ਮੈਨੂੰ ਬੋਤਲ ਰੱਖ ਲੈਂਦੀ ਸੀ, ਦੂਈ ਨੂੰਹ ਤੋਂ ਲੈ ਕੇ ਵੱਡੀ ਤੋਂ, ਪਾਣੀ ਦੀ ਜਦ ਮੂੰਹ ਸੁੱਕ ਜਾਣਾ ਪੀ ਲੈਣਾ ਰਾਤ ਨੂੰ। ਮੈਨੂੰ ਦੇਖ ਕੇ ਰੋਂਦੀ ਨੂੰ ਪਈ ਨੂੰ ਮਾਮਾ ਧੀਆਂ ਜਿਹੜੇ 3 ਕਮਰੇ ਨੇ, ਦੋਨੇ ਦੇਖ ਕੇ ਵੜ ਜਾਂਦੀਆਂ ਸੀ ਅੰਦਰ। ਪੁੱਤ ਨੇ ਇੱਕ 5 ਪੈਸੇ ਦੀ ਦਵਾਈ ਨਹੀਂ ਲੈ ਕੇ ਦਿੱਤੀ। ਪੁੱਛਿਆ ਨਹੀਂ ਵੀ ਮਾਤਾ ਕੀ ਹੋ ਗਿਆ ਤੈਨੂੰ? 4 ਦਿਨ ਪਈ ਰਹਾ,
ਮਹੀਨਾ ਮਹੀਨਾ ਪਈ ਰਹਾ, ਕਦੇ ਨੌ ਪੁੱਤ ਨੇ ਨਹੀਂ ਪੁੱਛਿਆ। ਕੁੜੀ ਮੇਰੀ ਮੈਨੂੰ ਸਾਂਭੇ ਚਾਹੇ ਨਾ ਸਾਂਭੇ। 30 ਸਾਲ ਹੋ ਗਏ ਇਹਦੇ ਪਿਓ ਨੂੰ ਮਰੇ ਨੂੰ। ਮੇਰੀ ਕੁੜੀ ਮੈਨੂੰ ਲਾ ਕੱਪੜੇ, ਲਾ ਜੁੱਤੀ ਥਾਈ ਸਭ ਮੈਨੂੰ ਗਰਮੀਆਂ ਵਾਲੇ ਸਿਆਲ ਵਾਲੇ 4 ਚੀਜ਼ਾਂ ਦੇ ਕੇ ਜਾਂਦੀ ਮੈਨੂੰ ਖਾਣ ਵਾਸਤੇ। ਹੈਂ ਮੈਂ 400 ਪਿਲਸਣ ਲੱਗੀ ਤੇ ਮੇਰੇ ਘਰ ਵਾਲੇ ਮਰੇ ਤੇ ਸਾਰੀ ਪਿਲਸਣ ਸਣੇ ਵਿਆਜ ਪੈਸਾ ਦੇ ਕੇ ਸਾਰੀ ਚੀਜ਼ ਮੈਂ ਲੈ ਕੇ ਦਿੱਤੀ। 3 ਕਮਰੇ ਪਿੱਛੇ ਨੇ, ਉਹ ਕਮਰਾ ਨਿੱਕਾ ਜਿਹਾ ਪਾਤਾ ਜਿਵੇਂ ਰਸੋਈ ਪਾਈ ਦੀ ਹੈ, ਉਹਦੇ ਨਾਲ ਜਿਹੜੀ ਜਗ੍ਹਾ ਬਚੀ ਮੈਂ ਕਹਿਤੀ ਨਹੀਂ ਪਾਉਣਾ ਇੱਥੇ ਕੁਛ। ਕਹਿੰਦਾ ਨਾਲੇ ਬੀਬੀ ਤੂੰ ਪਈ, ਨਾਲੇ ਦੋਤੇ ਨੂੰ ਰੱਖਾਂਗੇ, ਨਾਲੇ ਉਹਦਾ ਵਿਆਹ ਕਰਾਂਗੇ। 8 ਸਾਲ ਮੇਰਾ ਦੋਤਾ ਮੇਰੇ ਕੋਲੇ ਰਿਹਾ, ਕੰਮ ਕਰਦਾ, ਮੈਨੂੰ ਤਨਖਾਹ ਦਿੰਦਾ ਹਰ ਮਹੀਨੇ 2000 ਰੁਪਈਆ 3 ਸੌਦਿਆਂ ਨੂੰ ਹਰ ਮਹੀਨੇ। ਸਾਰਾ ਪੈਸਾ ਇੱਕ ਮੈਂ ਕਹਿੰਦੀ ਹਾਂ ਪੰਜੀ ਨਹੀਂ ਮੇਰੇ ਕੋਲ ਪੁੱਤ, ਸਾਰਾ ਪੈਸਾ ਦੇ ਕੇ ਮਕਾਨ 3 ਕਮਰੇ, ਉਹ ਨਾਲ ਵੀ ਜਿਹੜੀ ਜਗ੍ਹਾ ਤੀ ਵੀ ਕਿਤੇ ਮਾਈ ਸਾਨੂੰ ਭੇਜ ਕੇ ਦੋਹਾਂ ਮਾਮਾ ਧੀਆਂ ਨੂੰ ਸਾਤੋਂ ਹੀ ਪੈਸੇ ਲੈ ਕੇ ਬਣਾ ਲਏ। ਤੇ ਅਜਿਹਾ ਘਰ ਵਿੱਚ ਆ ਗਿਆ ਮੇਰਾ। ਘਰ ਵਿੱਚ ਕੋਈ ਦਿੱਕਤ ਸੀ ਜਿਸ ਕਰਕੇ ਉਹਨਾਂ ਨੂੰ ਤੁਹਾਡੇ ਨਾਲ ਦਿੱਕਤ ਸੀ? ਦਿੱਕਤ ਇਹੀ ਹੈ, ਜਿਹੜੇ ਘਰੇ ਆਉਂਦੇ ਜਾਂਦੇ ਨੇ ਮਾਤਾ ਉਹਨਾਂ ਨੂੰ ਵੇਖਦੀ ਆ ਵੀ ਇਹ ਕਿਉਂ ਆਉਂਦੇ ਨੇ। ਹੁੰਦਾ ਹੀ ਆ ਬਜ਼ੁਰਗਾਂ ਨੂੰ, ਤੁਹਾਨੂੰ ਵੀ ਪਤਾ ਹੀ ਆ ਮੈਡਮ, ਬਈ ਮਾਤਾ ਇਸ ਗੱਲੋਂ ਇਹ ਖੁੰਦਕ ਖਾਂਦੀ ਆ ਵੀ ਮਾਤਾ ਇੱਥੇ ਮੰਜਾ ਢਾ ਕੇ ਨਾ ਬੈਠੇ। ਮਾਤਾ ਦੋਤੇ ਦਾ ਵਿਆਹ ਕਰਨ ਗਈ ਸੀਗੀ, ਉਸ ਤੋਂ ਬਾਅਦ ਇਹ ਅਸੀਂ ਆਏ, ਜਨਵਰੀ ਦੀ 28 ਤਰੀਕ ਦੀ ਸ਼ਾਦੀ ਸੀਗੀ ਬਈ ਮੁੰਡੇ ਦੀ। ਉਸ ਤੋਂ ਬਾਅਦ ਅਸੀਂ ਮਈ ਨੂੰ ਆਏ, 19 ਮਈ ਨੂੰ ਮੈਂ ਸਮਾਰ ਕੇ ਗਈਆਂ ਅੰਦਰੋਂ ਕਮਰਾ। ਇਹ ਨਹੀਂ ਮੈਂ ਕਹਿੰਦੇ ਵੀ ਨਹੀਂ ਸਮਾਰ ਕੇ ਗਈਆਂ, ਭਾਂਡੇ ਮਾਂਜ ਕੇ ਰੱਖ ਕੇ ਗਈਆਂ, ਅੰਦਰੋਂ ਝਾੜ ਝੂੜ ਕੇ ਗਈਆਂ। ਕੱਚਾ ਵਾ ਅੰਦਰੋਂ, ਮਾਤਾ ਦੇ ਤਾਂ ਫਰਸ਼ ਵੀ ਹੈ ਨਹੀਂ, ਉੱਤੇ ਲੈਂਟਰ ਵੀ ਹੈ ਨਹੀਂ, ਇੱਟ ਵਾਲੇ ਦੀ ਛੱਤ ਵਾ, ਜਾਲੇ ਲੱਗ ਜਾਂਦੇ ਆ, ਕਰਕੇ ਗਈਆਂ। 20 ਨੂੰ ਅਸੀਂ 10:30 ਵਜੇ ਸਮਾਨ ਲੈ ਕੇ ਆ ਕੇ ਮਾਤਾ ਕਹਿੰਦੀ ਮੈਂ ਤਰੀਕ ਹੀ ਨਹੀਂ ਰਹਿਣਾ, ਮੈਂ ਆਪਦੇ ਘਰੇ ਜਾਣਾ। ਮੈਂ ਕਿਰਾਏ ਤੇ ਕਿਉਂ ਰਹਾਂ ਜਦ ਮੇਰਾ ਐਡਾ ਮਕਾਨ ਆ, ਮੈਨੂੰ ਘਰ ਨੂੰ ਲੈ ਕੇ ਚੱਲੋ। ਜਿੰਦਾ ਲਾਤਾ ਤੋੜ ਕੇ ਮੇਰਾ ਜਿੰਦਾ, ਨਾਲੇ ਚੱਕ ਕੇ ਭਾਂਡਾ ਟੀਂਡਾ ਸਭ ਚੱਕ ਕੇ ਅੰਦਰ ਲੈ ਗਈ। ਪੇਟੀ ਪਈ ਆ ਇੱਕ, ਉੱਥੇ ਇੱਕ ਮੰਜੀ ਪਈ ਆ, ਖੋਲਦਾ ਹੀ ਨਹੀਂ ਜਿੰਦਾ। ਕਹਿ ਕੇ ਥੱਕ ਗਈ, ਸਰਪੰਚ ਕੋਲੇ ਜਾ ਕੇ ਥੱਕ ਗਈ। ਸਿਆਣਿਆਂ ਬੰਦਿਆਂ ਨੂੰ ਵੀ ਕਿਹਾ, ਕਹਿੰਦੇ ਭਾਈ ਮੰਨਦਾ ਨਹੀਂ ਸਾਡੇ, ਇਹ ਧੀ ਨੂੰ ਮੈਂ ਤੋੜ ਕੇ ਇੱਥੋਂ ਮੈਨੂੰ ਕੌਣ ਸਾਂਭੂਗਾ। ਜਿਹਨੇ ਮੈਨੂੰ ਡੁੱਲਣ ਨਹੀਂ ਦਿੱਤਾ। 22 ਸਾਲ ਹੋ ਗਏ ਵਿਆਹੀ ਨੂੰ, ਕਦੇ ਚੁੰਨੀ ਨਹੀਂ ਲੈ ਕੇ ਦਿੱਤੀ, ਕਦੇ ਚੁੰਨੀ। ਦੂਈ ਨੂੰ 30 ਸਾਲ ਹੋ ਗਏ ਵਿਆਹੀ ਨੂੰ, ਉਹਨੇ ਨਹੀਂ ਕਦੀ ਚੁੰਨੀ ਲੈ ਕੇ ਦਿੱਤੀ ਨਾ। ਮੇਰੀ ਧੀ ਮੈਡਮ ਉਹਦਾ ਤਾਂ ਆਪਣਾ ਕੋਈ ਲਿੰਕ ਨਹੀਂ। ਬੱਚੇ ਕਿੰਨੇ ਨੇ ਮਾਤਾ ਜੀ ਦੇ? ਮਾਤਾ ਦੇ ਬੱਚੇ 3 ਮੁੰਡੇ ਸੀ, ਇੱਕ ਮੈਂ ਕੁੜੀ ਆ। ਸਾਰਿਆਂ ਤੋਂ ਵੱਡਾ ਮੁੰਡਾ ਕਰੰਟ ਲੱਗ ਕੇ ਮਾਤਾ ਦਾ ਮਰ ਗਿਆ ਸੀ। ਉਸ ਤੋਂ ਛੋਟੀ ਮੈਂ ਆ, ਮੇਰੇ ਤੋਂ 8 ਸਾਲ ਛੋਟਾ ਮੇਰਾ ਭਰਾ ਵਾ, ਉਹ ਵੀ ਮਰ ਗਿਆ। ਇਹ ਸਾਰਿਆਂ ਮੇਰੇ ਤੋਂ ਇਹ 14 ਸਾਲ ਛੋਟਾ ਵਾ। ਸਾਰਾ ਪੈਸਾ ਇਹਨੂੰ ਲੈ ਪੁੱਤਾ ਬਣਾ ਲਾ। 10 ਸਾਲ ਰੁਪਈਆ ਦਿੱਤਾ, 10,000 ਲੈ ਪੁੱਤ ਸਰੀਆ ਲੈ ਕੇ ਰੱਖ ਲਾ, ਲੈ ਪੁੱਤ ਇੱਟਾਂ ਲੈ ਕੇ ਰੱਖ ਲੈ, ਮਹਿੰਗੀਆਂ ਹੋ ਜਾਂਦੀਆਂ ਨੇ। ਹੈਂ ਜਦੋਂ ਬਣਾਉਣ ਲੱਗੇ 4,000 ਨੂੰ 4,000 ਇੱਟ 5 ਫੇਰ ਲੈ ਕੇ ਦਿੱਤੀ। 30 ਬੋਰੀਆਂ ਸੀਮੈਂਟ ਦੀਆਂ ਲੈ ਕੇ ਦਿੱਤੀਆਂ। 2 ਮਹੀਨੇ ਕੋਲੇ ਖੜ ਕੇ, ਦਿਨੇ ਰਾਤ ਨੂੰ ਵੀ ਇੱਥੇ ਪੈਂਦੀ ਸੀ। ਆਪ ਕਿਸੇ ਦੇ ਘਰੇ ਸਮਾਨ ਰੱਖਿਆ ਸੀ ਸਾਹਮਣੇ,
ਹੈਂ ਦਿਹਾੜੀਆਂ ਦੇ ਕੋਲੇ ਫੇਰ ਵੀ 3 ਮਹੀਨਿਆਂ ਦੀ ਪੈਨਸ਼ਨ 15,000 ਫੇਰ ਵੀ ਡੋਲਣ ਨਹੀਂ ਦਿੱਤਾ। ਦਿਹਾੜੀਆਂ ਨੂੰ ਪੈਸੇ ਨਹੀਂ ਹੈ ਬੀਬੀ ਤੇਰੇ ਕੋਲ ਹੈਗੇ ਦੇ ਦੇ, ਲੈ ਮਕਾਨ ਬਣਾ ਲਾ। 8 ਸਾਲ ਕਿਰਾਏ 'ਤੇ ਰਹੀ, 8 ਸਾਲ ਨਾਨੀ ਦੋਤੇ ਦੋਨੇ ਉੱਧਰ ਬੈਂਕ ਕਰਨੀ, ਮਕਾਨ ਬਾਹਰ ਨਹੀਂ ਦੇਣੇ। ਇੱਥੇ 6 ਵਜੇ ਵੀ ਹੈ ਨਾ, ਮਾਰਿਆ ਸੀ ਇਹਨੇ, ਉਹ ਤੋਂ ਕਰਕੇ ਬੋਲਿਆ ਨਹੀਂ ਜਾਂਦਾ। ਕਦੇ ਪਿਆਰ ਦੇ ਨਾਲ ਨਹੀਂ ਮੈਨੂੰ ਉਸ ਇਹਨੇ ਭੋਜਨ ਖਿਲਾਇਆ ਸੀ ਨਾ। ਮੈਂ ਆਪ ਬਣਾ ਲੈਂਦੀ ਸੀ ਭੋਜਨ, ਬਣਾ ਕੇ ਮੱਕੀ ਦੀ ਰੋਟੀ ਨਹੀਂ ਸੀ ਆਉਂਦੀ, ਆਪ ਵਧਾ ਕੇ ਪਲੇਟ 'ਚ ਰੱਖ ਕੇ ਮੈਂ ਕਹਿਣਾ ਲੈ ਰਾੜ ਕੇ ਦੇ ਦੂੰ। ਮੈਂ ਤਾਂ ਸਿਆਲੋ ਸਿਆਲ ਮੱਕੀ ਦੀ ਰੋਟੀ ਆਪ ਬਣਾ ਕੇ ਖਾਂਦੀ ਸੀ। ਤੇ ਹੁਣ ਕਿੰਨਾ ਟਾਈਮ ਹੋ ਗਿਆ ਉਹਨਾਂ ਨੇ ਇਹਨਾਂ ਨੂੰ ਘਰ ਤੋਂ ਕੱਢ ਦਿੱਤਾ ਹੈ? ਕਿੰਨਾ ਟਾਈਮ ਹੋ ਜਮਾ ਕੱਢਿਆ ਨੂੰ 5 ਮਹੀਨੇ ਹੋ ਗਏ। ਦੁਬਾਰਾ ਬੋਲ ਦਿਓ ਇੱਕ ਵਾਰ। ਹਾਂਜੀ, ਸਾਨੂੰ ਜਮਾ ਘਰੋਂ ਕੱਢਿਆ ਨੂੰ 5 ਮਹੀਨੇ ਹੋ ਗਏ। ਜਦੋਂ ਮੈਂ ਆ ਕੇ ਆਖਿਆ ਵੀ ਜਿੰਦਾ ਨਾ ਖੋਲਿਆ, ਕੱਢ ਜੋ ਇਹਦਾ ਲੈ ਲਓ ਬਿਆਨ। ਗੁਰਦੁਆਰੇ ਅਰਦਾਸ ਕਰਾ ਕੇ ਆਈ ਪੁੱਤ, ਜਿੱਦਣ ਅਸੀਂ ਇੱਥੋਂ ਸਮਾਨ ਚੱਕ ਕੇ ਲਗਾਏ ਹਾਂ ਵੀ 50 ਰੁਪਈਏ ਦੇ ਕੇ ਪਾਠੀ ਨੂੰ ਵੀ ਮੁੜ ਕੇ ਮਾਵਾਂ ਧੀਆਂ ਇਹ ਘਰ ਵਿੱਚ ਨਾ ਆਉਣ। ਦੇਖੋ ਮੇਰੀ ਧੀਏ ਬੜੀ ਕਣਕਾਂ ਕੱਟੀਆਂ ਮੈਂ ਇਕੱਲੀ, ਬੜਾ ਕੰਮ ਕਰਿਆ ਪਿੰਡ 'ਚ ਮੇਰੇ। ਮੈਂ ਕਹਿੰਦੀ ਸਾਰਾ ਅਗਵਾ ਵਾ ਇਹ ਮਾਤਾ ਨੂੰ ਕੱਢਿਆ ਕਿਉਂ ਗਿਆ? ਇਹ ਮਾਤਾ ਨੇ ਬੜੇ ਹੀ ਲੋਕਾਂ ਦੇ ਕੰਮ ਕਰ ਕਰ ਮਿਹਨਤ ਕਰਕੇ ਪਾਲੀ, ਇਹ ਮਾਤਾ ਨੂੰ ਕਿਉਂ ਘਰੋਂ ਕੱਢਿਆ ਗਿਆ? ਸਾਰੇ ਕਹਿੰਦੇ ਨੇ, ਹਰੇਕ ਕਹਿੰਦਾ ਧੀ ਨੂੰ ਤੋਰ ਕੇ ਮੈਨੂੰ ਕੌਣ ਫੜ ਕੇ ਪਿਸ਼ਾਬ ਕਰਾਊ? ਕੌਣ ਮੈਨੂੰ ਅੰਦਰ ਬਾਹਰ ਕਰੂਗਾ? ਕੌਣ ਮੇਰੇ ਕੱਪੜੇ ਧੋਊਗਾ? ਜਿਹਨੇ ਕਦੇ 22 ਸਾਲ ਹੋ ਗਏ ਕਦੇ ਚੁੰਨੀ ਨਹੀਂ ਲਹਾ ਕੇ ਧੋਤੀ। ਮੇਰਾ ਤਾਂ ਜੀ ਇਹ ਤਾਂ ਕਰਦੇ ਆ, ਇਹਦੀ ਮਾਂ ਬਿਮਾਰ ਪਈ ਸੀ ਮੰਜੇ 'ਤੇ, ਇਹਦਾ ਪਿਓ 30,000 ਰੁਪਈਆ ਲੈ ਗਿਆ। ਉਹ ਤੋਂ ਬਾਅਦ ਉਹਨੇ ਸਾਨੂੰ, ਫਿਰ ਉਹਦੀ ਮਾਂ ਬਿਮਾਰ ਸੀਗੀ, ਚੱਲ ਬੀਬੀ ਨੇ ਆਖਿਆ ਵਕਤ ਤੱਕ ਆਪ ਹੀ ਕਰਾਉਂਦੇ ਹੁੰਦੇ ਨੇ, ਰਿਸ਼ਤੇਦਾਰੀ ਇੱਕ ਦੂਜੇ ਦਾ ਚੱਲਦੇ ਆ। ਮੁੜ ਕੇ ਉਹ ਮਰ ਗਈ ਵਿਚਾਰੀ। ਮਰੀ ਤੋਂ ਬਾਅਦ ਉਹਨਾਂ ਦਾ ਫਿਰ ਹੱਥ ਬੜਾ ਟਾਈਟ ਸੀ। ਉਹ ਕਹਿਣ ਲੱਗੇ ਵੀ ਸਾਨੂੰ ਸਹਾਰਾ ਦੇਵੋ। ਮਾਤਾ ਮੇਰੀ ਨੇ 50 ਕਿਲੋ ਆਟਾ ਅਤੇ ਅੱਧਾ ਕਿਲੋ ਸਾਰੀਆਂ ਦਾਲਾਂ, 3 ਕਿਲੋ ਘਿਓ, 10 ਕਿਲੋ ਖੰਡ ਲੈ ਕੇ ਦਿੱਤੀ। ਕਹਿੰਦੀ ਲੈ, ਉਹਦਾ ਮਿੱਟੀ ਦਾ ਤੇਲ ਦੇਖੋ ਮਿਲਦਾ ਨਹੀਂ ਸੀ, ਤਾਂ ਵੀ ਮਾਤਾ ਨੇ ਕਿਸੇ ਭੈਣ ਭਾਈ ਦੀ ਮਿਹਨਤ ਕਰਕੇ ਉਹਨਾਂ ਨੂੰ 10 ਲੀਟਰ ਉਹ ਵੀ ਲੈ ਕੇ ਦਿੱਤਾ। ਕਹਿੰਦੀ ਲਾਓ ਵੀ ਕਿਸੇ ਗੱਲੋਂ ਡੁੱਲਿਓ ਨਾ ਤੁਸੀਂ, ਮੈਂ ਬੈਠੀ ਹਾਂ। ਉਹਦਾ ਭੋਗ ਪਵਾਇਆ। ਭੋਗ ਪਾਏ ਤੋਂ ਬਾਅਦ ਉਹਨਾਂ ਕੋਲ ਫਿਰ ਹੱਥ ਤੰਗ ਹੋ ਗਿਆ। ਫਿਰ ਇਹਦਾ ਭਰਾ ਆਇਆ, ਫਿਰ ਉਹ ਕਹਿੰਦਾ ਮਾਸੀ ਅਸੀਂ ਬਹੁਤ ਤੰਗ ਆ। ਫਿਰ 3,000 ਹੋਰ ਰੁਪਈਆ ਲੈ ਗਿਆ। ਮੁੜ ਕੇ ਉਹਨੇ ਨਹੀਂ ਕੋਈ 32-30 ਹੋ ਗਿਆ, 3 ਹੋ ਗਿਆ, ਕਿਸੇ ਨੇ ਨਾਂ ਨਹੀਂ ਲਿਆ। ਜੇ ਅਸੀਂ ਕਹਿੰਦੇ ਸੀ ਨਹੀਂ ਹੈ ਆਉਂਦੇ ਜਾਂਦੇ ਹੀ ਨਹੀਂ, ਕਦੇ ਆਏ ਜਾਂਦਾ ਹੀ ਨਹੀਂ, ਆਉਂਦਾ ਜਾਂਦਾ। ਮੈਂ 2 ਸਾਲ ਦੀ ਰਹਿਣ ਲੱਗੀ ਹਾਂ ਇੱਥੇ, ਮੈਨੂੰ 2 ਸਾਲ ਹੋ ਗਏ। ਪਹਿਲਾਂ ਮੇਰੀ ਕੁੜਮਣੀ ਨੂੰ ਮੈਂ ਛੱਡਿਆ ਬਈ ਤੁਸੀਂ ਇਹਨਾਂ ਦੀ ਦੇਖਭਾਲ ਕਰੋ, ਮੈਨੂੰ ਉੱਥੇ ਕੰਮ ਸੀ, ਮੈਂ ਸਕੂਲ 'ਚ ਲੱਗੀ ਹੋਈ ਸੀ ਪ੍ਰਿੰਸੀਪਲ ਦੇ। ਮੈਂ ਆਖਿਆ ਜਦੋਂ ਦੀਦੀ ਦਾ ਮਾੜਾ ਮੋਟਾ ਵੀ ਬੰਦ ਹੋ ਗਿਆ ਸਕੂਲ ਕਰੋਨਾ ਕਰਕੇ, ਮੈਂ ਆ ਜੂੰਗੀ। ਮੈਂ ਪਿਛਲੀ ਜੂਨ ਨੂੰ ਆ ਗਈ, ਇੱਥੇ ਰਹਿਣ ਲੱਗ ਗਈ, ਇਹਦੀ ਦੇਖਭਾਲ ਕਰਨ ਲੱਗ ਗਈ। ਮੈਂ ਜੂਨ ਨੂੰ ਆ ਕੇ ਵੀ ਇਸੇ ਭਰਾ ਨੂੰ 18 ਜੂਨ ਨੂੰ ਮੈਂ ਇਹਨੂੰ ਆ ਕੇ 5,000 ਰੁਪਈਆ ਦਿੱਤਾ। ਕਹਿੰਦਾ ਭੈਣੇ ਮੈਂ ਵਿਹਲਾ ਬੈਠਾ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਤੈਨੂੰ ਸਾਥ ਦਊਂਗੀ। 18 ਜੂਨ ਨੂੰ ਇਹਨੂੰ ਮੈਂ ਆਉਣ ਸਾਰ ਤੜਕੇ 6 ਵਜੇ ਪਹੁੰਚ ਗਈ। ਮੈਂ 10:30 ਗਈ ਬੈਂਕ, ਲਿਆ ਕੇ ਇਹਨੂੰ ਮੈਂ 5,000 ਦਿੱਤਾ। ਬਾਕੀ ਜਿਹੜਾ ਵੀ ਉਹ ਰਹਿੰਦੀ ਸੀ ਦੁੱਧ ਪਾਣੀ ਦਾ ਦੇਣਾ ਸੀ ਉਹ ਦਿੱਤਾ। ਦੇ ਕੇ ਬਾਅਦ ਦੂਜੇ ਮਹੀਨੇ ਫੇਰ ਕਹਿੰਦਾ ਮੈਨੂੰ 7 ਦੇ ਦੇ। ਮੈਂ ਕਿਹਾ ਦੇਖ ਮਨਜੀਤ 7 ਨਹੀਂ ਦਿੱਤਾ ਜਾਣਾ, 10,000 ਹੋਈ ਆ ਬੀਬੀ ਦੀ ਪੈਨਸ਼ਨ, ਵੀ 5 ਤੂੰ ਲੈ ਲਾ, 5 ਅਸੀਂ ਰੱਖ ਲੈਂਦੇ ਹਾਂ। ਕਹਿਣ ਲੱਗਿਆ ਠੀਕ ਆ, 7 ਲੈਣਾ ਸੀ। ਇਹਦੀ ਜਨਾਨੀ ਨੂੰ ਮੈਂ ਆਖਿਆ ਤੂੰ 5 ਲੈ ਲਾ ਅੰਜੂ, ਜੇ ਤੈਨੂੰ ਲੋੜ ਪਈ ਮੈਂ ਫੇਰ ਦੇ ਦੂੰਗੀ। ਚੱਲ ਇਹਨਾਂ ਨੇ 5 ਲੈ ਲਿਆ। ਉਦੋਂ ਬਾਅਦ ਸਾਡੇ ਨਾਲ ਸਰੀਕੇਬਾਜ਼ੀ ਚੱਲਣ ਲੱਗ ਗਈ ਵੀ ਸਾਰੇ ਪੈਸੇ ਕਿਉਂ ਨਹੀਂ ਦਿੱਤੇ। ਜਿਹੜਾ ਪਾਇਆ ਅਸੀਂ ਪਾਇਆ ਲੈਂਟਰ ਮਾਮਾ ਧੀਆਂ ਨੇ।
ਲੈਂਟਰ ਤੁਸੀਂ ਤਾਂ ਇੰਨੀ ਉਹਨਾਂ ਦੀ ਮਦਦ ਕੀਤੀ ਪਰ ਤਾਂ ਵੀ ਉਹਨਾਂ ਨੂੰ 60,000 ਇੰਨੀ ਤੁਹਾਡੇ ਤੋਂ ਦਿੱਕਤ ਕਿਵੇਂ ਹੋ ਗਈ? ਮੈਂ ਤੁਸੀਂ ਤਾਂ ਇੰਨੀ ਮਦਦ ਕੀਤੀ ਉਹਨਾਂ ਦੀ, ਘਰ ਤੁਸੀਂ ਸਾਰਾ ਕਰਾ ਕੇ ਦਿੱਤਾ, ਲੋਕਡਾਊਨ ਵਿੱਚ ਵੀ ਤੁਸੀਂ ਪੈਸੇ ਦਿੱਤੇ, ਤਾਂ ਉਹਨਾਂ ਨੂੰ ਇੰਨੀ ਅਜਿਹੀ ਦਿੱਕਤ ਕਿਉਂ ਹੋ ਗਈ ਤੁਹਾਡੇ ਨਾਲ? ਤੇ ਮੈਂ ਜੀ ਇਹਨੂੰ ਮੇਰਾ ਮੁੰਡਾ ਗਿਆ ਸੀ ਬਈ ਉਹਦੇ ਤੇ ਹੋ ਗਿਆ ਸੀਗਾ, ਡਰਾਈਵਰੀ ਦਾ ਵੀ ਵੱਜ ਗਈ ਸੀ ਗੱਡੀ, ਤੇ ਉਹਨੂੰ ਮੈਨੂੰ ਜਾਣ ਲੱਗਿਆ 25,000 ਰੁਪਈਆ ਦੇ ਕੇ ਗਿਆ। ਮੈਂ ਮੇਰੀ ਬੀਬੀ ਮੇਰੀ ਕਹਿੰਦੀ ਵੀ ਤੂੰ ਖਰਾਬ ਕਰ ਲੇਂਗੀ, ਮੇਰੇ ਨਾਂ ਤੇ ਇੱਥੇ ਜਮ੍ਹਾਂ ਕਰ ਜਾ FD। ਮੈਂ ਕਰ ਗਈ। ਜਦੋਂ ਉਹ ਮਿਲਿਆ ਮੈਨੂੰ 50,000, ਮੈਨੂੰ ਕਹਿੰਦਾ ਬਈ ਪੈਸੇ, ਮੈਂ ਕਿਹਾ ਵੀ ਚੱਲ ਤੇਰੀ ਆ ਛੱਤ ਅਧੂਰੀ ਪਈ ਆ, ਬੀਬੀ ਨਾਲ ਕਮਰਾ ਪਾਇਆ ਹੋਇਆ ਸੀਗਾ, ਤੇ ਮੈਂ ਕਿਹਾ ਤੂੰ ਇਹਦੀ ਛੱਤ ਪਾ ਲਾ, ਮਾੜੀ ਹੁੰਦੀ ਆ। ਮੈਂ ਇਹਨੂੰ 30,000 ਰੁਪਈਆ ਦਿੱਤਾ। ਕਹਿੰਦਾ 30 ਨਹੀਂ ਲੈਣਾ, 50 ਦਾ 50 ਦੇ। ਮੈਂ ਚਲੀ ਗਈ, ਮੈਂ ਜਾਣਾ ਸੀ, ਡੱਬ ਵਾਲੀ ਰਹਿੰਦੀ ਆ। ਜਦੋਂ ਮੈਂ ਚਲੀ ਗਈ, ਮੇਰੀ ਹੱਥ ਨੇ ਇੱਕ ਭਤੀਜੀ ਜਿੱਥੇ ਮੈਂ ਬਾਰ ਖੜਕਾਇਆ ਸੀ, ਮੈਂ ਉਹਨੂੰ ਪੁੱਛਿਆ ਨੀਤੂ ਵੀ ਤੇਰੀ ਦਾਦੀ ਨੇ ਪੈਸੇ ਦੇਤੇ ਤੇਰੇ ਚਾਚੇ ਨੂੰ? ਉਹ ਕਹਿੰਦੀ ਹਾਂ ਭੂਆ 30,000 ਤਾਂ ਲੈ ਗਿਆ ਚਾਚਾ, ਬਾਕੀ ਮੈਂ ਕਿਹਾ ਬਈ ਬੀਬੀ ਕੋਲੋਂ ਕੋਈ ਕੱਢ ਕੇ ਨਾ ਲੈ ਜੇ। ਕਹਿੰਦੀ ਨਹੀਂ ਨਹੀਂ 30 ਦਾ 30 ਚਾਚਾ ਲੈ ਗਿਆ। ਥੋੜ੍ਹੇ ਜਿਹੇ ਦਿਨਾਂ ਬਾਅਦ ਮੇਰੀ ਭਰਜਾਈ ਮੈਨੂੰ ਫੋਨ ਕਰਦੀ ਆ, ਦੀਦੀ ਟੈਲਾਂ ਥੁੜ ਗਈਆਂ ਤੁਹਾਡੇ ਫਰਸ਼ ਨੂੰ, ਜਿਹੜੀਆਂ ਲਾਉਣੀਆਂ ਕਮਰੇ ਨੂੰ। ਮੈਂ ਫੇਰ ਆਈ, ਮੈਂ ਜਿਹੜਾ 20,000 ਬਚਿਆ ਸੀ ਮੈਂ ਉਹ ਵੀ ਕਢਾ ਕੇ ਦੇਗੀ ਇਹਨੂੰ। ਅਸੀਂ ਸਾਡੇ ਮਾਲਕ ਤੋਂ ਡੁੱਗਰੀ ਰਹਿੰਦਾ ਵਾ, ਉਹ ਤੋਂ ਪੈਸੇ ਲੈਣੇ ਸੀ 45,000 ਰੁਪਈਆ। ਮੁੰਡਾ ਕਹਿਣ ਲੱਗਿਆ ਤੂੰ ਵੀਰੇ ਕੋਲੇ ਜਾਂਦੀ ਰਹਿ ਮੰਮਾ, ਉਹ ਤੋਂ 45,000 ਰੁਪਈਆ ਲੈਣਾ, ਉਹ ਵੀ ਲੈ ਜਾ, ਤੇਰਾ ਹੱਥ ਤੰਗ ਹੋਊਗਾ। ਮੈਂ ਗਈ, ਉਹ ਵੀ ਲਿਆ ਕੇ ਇਹਨੂੰ 45 ਦਾ 45, ਉਹ ਵੀ 10ਵੇਂ ਮਹੀਨੇ ਦੀ 12 ਤਰੀਕ ਨੂੰ ਉਹ ਵੀ ਇਹਨੂੰ ਮੈਂ ਦੇਤਾ। ਮੈਂ ਕਿਹਾ ਚੱਲ ਇੰਨਾ ਪੈਸਾ ਦਿੱਤਾ, ਮਕਾਨ ਸਾਰਾ। ਤੁਸੀਂ ਦੱਸੋ ਹੁਣ ਇਸ ਮਾਂ ਨੂੰ ਧੱਕੇ ਮਿਲਦੇ, ਅਸੀਂ ਇਸ ਮਕਾਨ ਦਾ ਕਿਰਾਇਆ ਭਰ ਰਹੀਆਂ। ਸਾਡੇ ਦੋਨੇ ਕਮਰਿਆਂ ਨੂੰ ਇਹਨਾਂ ਨੇ ਜਿੰਦੇ ਲਾ ਰੱਖਿਆ। ਇੱਕ 'ਚ ਹੁਣ 23 ਤਰੀਕ ਨੂੰ ਐਸੇ ਦਿਨ ਅਗਸਤ ਦਿਨ ਉੱਤੇ ਏਸੀ ਲਾ ਲਿਆ ਕਬਜ਼ਿਆਂ ਦਾ ਮਾਰਿਆ। ਬੀਬੀ ਨੇ ਹਾਰ ਕੇ ਬੇਦਖਲ ਕਰ ਦਿੱਤਾ। ਹੁਣ ਇਹਦੀ DC ਸਾਹਿਬ ਦੇ ਕੇਸ ਲੱਗਿਆ ਹੋਇਆ, ਥੋੜ੍ਹਾ ਜਿਹਾ ਵੀ ਉੱਥੇ ਆਹ ਚੱਲਦੇ ਆ ਕਰੋਨਾ ਕਰਕੇ, ਤਾਂ ਕਰਕੇ ਆ। ਮਾਈ ਕਹਿੰਦੀ ਆ ਵੀ ਮੇਰਾ ਮਕਾਨ ਮੈਨੂੰ ਸਾਰਾ ਮਿਲਣਾ ਚਾਹੀਦਾ, ਮਕਾਨ ਮਾਤਾ ਦੇ ਨਾਂ ਆ ਸਾਰਾ, ਪਾਵਰ ਟਰਨੀ ਹੋਈ ਆ, ਪੱਕੀ ਉਹ ਵਸੀਅਤ ਹੋਈ ਆ। ਤੇ ਕੋਈ ਮਤਲਬ ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ? ਮੇਰੇ ਪਰਿਵਾਰ 'ਚ ਮੇਰੇ 2 ਲੜਕੇ ਆ, ਦੋਨੇ ਵਿਆਹੇ ਹੋਏ ਆ। ਵੱਡਾ ਲੜਕਾ ਮੇਰਾ ਡੱਬ ਵਾਲੀ ਰਹਿੰਦਾ, ਨੋ ਮੇਰੀ ਆਂਗਣਵਾੜੀ 'ਚ। ਛੋਟਾ ਲੜਕਾ ਮੇਰਾ ਥਰੀਕੀ ਰਹਿੰਦਾ ਵਾ, ਉਹ ਵੀ ਸ਼ਾਦੀशुदा ਵਾ। ਤੇ ਤੁਹਾਡੇ ਹਸਬੈਂਡ? ਮੇਰੇ ਹਸਬੈਂਡ ਬਾਰੇ ਨੂੰ 15 ਸਾਲ ਹੋ ਗਏ। ਉਸ ਤੋਂ ਬਾਅਦ ਮੈਂ ਕਦੇ ਨਹੀਂ ਸੀ, ਮੇਰੇ ਬੰਦੇ ਵੀ ਉਹਨਾਂ ਜਿਉਂਦਿਆਂ ਤੇ ਮੈਂ ਕਦੇ ਨਹੀਂ ਰਹੀ ਸੀ। ਹੁਣ ਬੱਚੇ ਕਹਿੰਦੇ ਆ ਵੀ ਨਾਨੀ ਰੁਲਦੀ ਫਿਰਦੀ ਆ, ਤੁਸੀਂ ਬੀਬੀ ਮੰਮਾ ਇੱਥੇ ਕੀ ਕਰਨਾ, ਤੁਸੀਂ ਨਾਨੀ ਨੂੰ ਸਾਂਭੋ, ਤੂੰ ਤੇ ਨਾਨੀ ਦੋਨੇ ਪਕਾਓ ਤੇ ਖਾਓ। ਤੇ ਹੁਣ ਇਹਨਾਂ ਨੂੰ ਮਤਲਬ ਇਹਨਾਂ ਨੇ ਕੋਈ ਉਹ ਇੱਕ ਵਾਰ ਵੀ ਨਹੀਂ ਆ ਕੇ ਪੁੱਛਿਆ ਇਹਨਾਂ ਨੂੰ ਕਿ ਉਹਨਾਂ ਨੂੰ ਕੋਈ ਦਿੱਕਤ ਹੈ? ਕਦੇ ਵੀ ਨਹੀਂ। ਪੁੱਤ ਦਾ ਹੱਕ ਸੀ, ਕਹਿ ਦਿੰਦਾ ਮਾਂ ਤੁਸੀਂ ਇੱਧਰ ਕਿਉਂ ਸਮਾਨ ਧਰਿਆ ਗਵਾਂਢੀਆਂ ਘਰੇ, ਮੇਰੀ ਬੇਇੱਜ਼ਤੀ ਹੁੰਦੀ ਆ, ਤੁਸੀਂ ਆਵੋ ਮੈਂ ਜਿੰਦਾ ਖੋਲਦਾ। ਪਰ ਇਹੀ ਕਹਿੰਦਾ ਵੀ ਕੁੜੀ ਨਾ ਰਵੇ ਕੋਲੇ। ਮਾਂ ਕਹਿੰਦੀ ਆ ਵੀ ਮੈਂ ਕੁੜੀ ਛੱਡਣੀ ਨਹੀਂ ਗੀ। ਇਹਨੇ ਸਾਰੀ ਪੰਚਾਇਤ ਨੂੰ ਵੀ ਕਿਹਾ ਵਾ, ਲੰਘਦਾ ਮੇਰੇ ਕੋਲ ਇਹਦੀ ਨਾ ਬੁਲਾਉਂਦਾ ਵੀ ਨਾ, ਕਦੇ ਨਹੀਂ ਬੁਲਾਇਆ, ਕਦੇ ਨਹੀਂ ਕਿਹਾ ਵੀ ਬੀਬੀ ਆ ਮੈਂ ਕਮਰਾ ਖੋਲ ਕੇ ਤੈਨੂੰ ਮੰਜਾ ਡਾ ਕੇ ਪਏ, ਨਾ ਨਾ। ਨਾ ਜੀ ਨਾ। ਸ਼ੁਰੂ ਤੋਂ ਘਰ ਵਿੱਚ ਕੋਈ ਮਾਂ ਨੂੰ ਅਸੀਂ ਸਾਂਭਾਂਗੇ, ਮੈਨੂੰ ਇਹ ਸਾਂਭ ਨਹੀਂ ਸਕਦੇ, ਨਾ ਨਾ ਨਾ। ਘਰ ਵਿੱਚ ਸ਼ੁਰੂ ਤੋਂ ਕੋਈ ਦਿੱਕਤ ਸੀ ਜਾਂ ਕੁਝ ਅਚਾਨਕ ਹੀ ਕੋਈ ਦਿੱਕਤ ਆਉਣੀ ਸ਼ੁਰੂ ਹੋ ਗਈਆਂ, ਪੈਸੇ ਦੀ ਕਰਕੇ ਕੋਈ ਦਿੱਕਤ ਆ ਗਈ? ਦਿੱਕਤ ਤਾਂ ਇਹਨਾਂ ਨੂੰ ਪਤਾ, ਸਾਨੂੰ ਤਾਂ ਕੋਈ ਨਹੀਂ ਸੀ। ਅਸੀਂ ਤਾਂ ਸਾਡੇ ਦਿਲ 'ਚ ਤਾਂ ਕੋਈ ਪਾਪ ਨਹੀਂ ਸੀ, ਤਾਂ ਹੀ ਅਸੀਂ ਉੱਥੋਂ ਸਮਾਨ ਲੈ ਕੇ ਇਹਨੂੰ ਆ ਗਏ ਸੀ। ਅਸੀਂ ਆਂਦੇ ਸੀ ਵੀ ਚੱਲ ਆਪਦੇ, ਇਹ ਕਹਿੰਦੀ ਆ ਮੈਂ ਘਰੇ ਹੀ ਮਰਾਂ, ਵੀ ਉੱਥੇ 2 ਬੁੜੀਆਂ ਕਰੋਨਾ ਕਰਕੇ ਮਰ ਗਈਆਂ ਸੀ। ਇਹਨੂੰ ਦਿਲ 'ਤੇ ਵਹਿਮ ਪੈ ਗਿਆ ਵੀ ਮੈਂ ਆਪਦੇ ਘਰੇ ਜਾ ਕੇ ਮਰਾਂ, ਵੀ ਇੱਥੇ ਨਾ ਬਗਾਨੇ ਪਿੰਡ ਮਰਾਂ। ਮੈਂ ਕਿਹਾ ਚੱਲ ਬੀਬੀ ਵੀ ਮੈਂ ਚੱਲ ਵੜਦੀ ਹਾਂ ਤੇਰੇ ਨਾਲ, ਮੇਰੇ ਨੂੰਹ ਪੁੱਤ ਤਾਂ ਉੱਥੇ ਹੀ ਰਹਿੰਦੇ ਨੇ। ਹੁਣ ਐਡੇ ਐਡੇ ਇਲਜ਼ਾਮ ਲਾਉਂਦੀ ਆ, ਕਹਿੰਦੀ ਆ ਵੀ ਮੁੰਡਾ ਬੁਰੀ ਨਿਗਾਹ ਮੇਰੇ ਬੰਨੀ ਝਾਕਦਾ, ਸ਼ਾਦੀशुदा ਤੁਹਾਡੇ ਵਰਗੀ ਮੇਰੀ ਨੂੰਹ ਆ, ਉਹ ਇਹਦੇ 'ਤੇ ਕੀ ਬੁਰੀ ਨਜ਼ਰ ਝਾਕੂਗਾ। ਉਹ ਵੀ ਦਿਨ ਸੀ ਜਦੋਂ ਕਹਿੰਦੀ ਸੀ ਤੇਰਾ ਮਾਮਾ ਬਾਹਰ ਗਿਆ, ਤੂੰ ਬੈੱਡ 'ਤੇ ਆ ਕੇ ਮੇਰੇ ਕੋਲੇ ਪੈ ਜਾ ਮੇਰੇ ਪੁੱਤ ਨੂੰ। ਉਹ ਪੁੱਤ ਵੀ ਉਦੋਂ ਵੀ ਮੇਰਾ ਕੋਲੇ ਪੈਂਦਾ ਸੀਗਾ, ਕਹਿ ਦਿੰਦੀ ਸੀ ਮੇਰੀ ਮਾਮੀ ਇਕੱਲੀ ਆ, ਉਦੋਂ ਸਾਡੇ 4 ਦੀਵਾਰੀ ਹੈ ਨਹੀਂ ਸੀ। ਤੇ ਅੱਜ ਇਹ ਕਹਿੰਦੀ ਆ, ਕਦੇ ਉਹਨੂੰ ਕਹਿੰਦੀ ਆ ਇਹ ਚਿੱਟਾ ਵੇਚਦਾ। ਜਦੋਂ ਬੰਦੇ 'ਤੇ ਇਹੋ ਜਿਹੇ ਇਲਜ਼ਾਮ ਲਾਉਂਦੀ ਆ ਇਹ, ਫਿਰ ਇਹਦੇ ਨਾਲ ਕੌਣ ਭਲੀ ਗੁਜ਼ਾਰੂ? ਅਸੀਂ ਫਿਰ ਇਹਨੂੰ ਛੱਡਾਂਗੇ? ਪਿਛਲਾ ਮਕਾਨ ਮੇਰੇ ਨਾਂ ਆ, ਮੂਰਲਾ ਮੇਰੇ ਮੁੰਡੇ ਦੇ ਨਾਂ, ਪੱਕੀ ਵਸੀਅਤ ਹੋਈ ਆ, ਸਾਡੇ ਕੋਲੇ ਕਾਗਜ਼ ਨੇ। ਮਕਾਨ ਮੈਂ ਕਹਿੰਦੀ ਸੀ ਨਹੀਂ ਲੈਣਾ ਭਰਾ ਤੋਂ, ਪਰ ਮੈਂ ਸੋਚਦੀ ਸੀ ਮੇਰਾ ਇੱਕ ਭਰਾ ਵਾ,
ਜਿਹੜੇ 2 ਕਮਰੇ ਨੇ। ਤੇ ਹੁਣ ਕੀ ਕਹਿੰਦੇ ਉਹ ਦੇਣਗੇ ਨਹੀਂ ਤੁਹਾਨੂੰ? ਕਿ ਤੁਸੀਂ ਹੁਣ ਕੀਤਾ ਹੈ, ਕੇਸ ਕੀਤਾ ਹੈ ਕੋਈ ਉਹਨਾਂ ਦੇ ਅਗੇਂਸਟ? ਕੇਸ ਕੀਤਾ ਸੀ ਜਦੋਂ ਮੈਂ ਸ਼ਾਦੀ ਕਰਨੀ ਸੀ, ਜਦੋਂ ਮੈਂ ਪਿੰਡ 'ਚ ਮਕਾਨ ਲੈਣ ਜਾਂਦੀ ਸੀ ਤੇ ਅਗਲਿਆਂ ਨੂੰ ਜਾ ਕੇ ਪੁੱਠੀਆਂ ਸਿੱਧੀਆਂ ਕੱਢ ਕੇ ਲਿਆਉਣਗੇ। ਲਵ ਮੈਰਿਜ ਆ ਮੇਰੇ ਮੁੰਡੇ ਦੀ, ਅਸੀਂ ਸੁਨਿਆਰ ਹੁੰਨੇ ਆ, ਜੱਟਾਂ ਦੀ ਕੁੜੀ ਨਾਲ ਵਿਆਹ ਕਰਾਇਆ ਮੁੰਡੇ ਮੇਰੇ ਨੇ। ਉਹਦੇ ਘਰ ਵਾਲਾ ਛੱਡ ਕੇ ਤੁਰ ਗਿਆ ਸੀ, ਉਹਦੇ 2 ਲੜਕੀਆਂ ਹੋਈਆਂ ਨੇ। ਉਹ ਅਸੀਂ ਆਖਿਆ ਸਾਨੂੰ ਲੜਕੀਆਂ ਵੀ ਮਨਜ਼ੂਰ ਆ, ਧੀਆਂ ਤਾਂ ਅੱਜ ਕੱਲ੍ਹ ਬਹੁਤ ਸੁਣਦੀਆਂ ਨੇ। ਜਦੋਂ ਛੋਟੀਆਂ ਛੋਟੀਆਂ ਨੇ, ਇੱਕ 4 ਕੁ ਸਾਲ ਦੀ ਆ, ਇੱਕ 3 ਕੁ ਸਾਲ ਦੀ ਸੀ। ਅਸੀਂ ਆਖਿਆ ਵੀ ਸਾਨੂੰ ਮਨਜ਼ੂਰ ਆ, ਲੜਕੀਆਂ ਦਾ ਕੋਈ ਨਹੀਂ। ਲੋਕੀ ਤਾਂ ਇਹਨਾਂ ਚੀਜ਼ਾਂ ਨੂੰ ਤਰਸਦੇ ਨੇ। ਸਾਡੇ ਘਰੇ ਤਾਂ ਇੱਕ ਕਿਸਮ ਦੀਆਂ 2 ਦੇਵੀਆਂ ਆ ਗਈਆਂ। ਅਸੀਂ ਉਹਨਾਂ ਨੂੰ ਆਖਿਆ ਵੀ ਸਾਨੂੰ ਮਨਜ਼ੂਰ ਆ। ਵਧੀਆ ਵਿਆਹ ਕੀਤਾ, ਉਹਦੇ ਮਾਂ ਪਿਓ ਨੇ ਕੀਤਾ, ਕੋਈ ਅਸੀਂ ਕੱਢ ਕੇ ਨਹੀਂ ਲੈ ਕੇ ਆਏ। ਹੁਣ ਇਹ ਇਲਜ਼ਾਮ ਲਾਉਂਦੀ ਆ, ਕਦੇ ਮੇਰੇ ਪੁੱਤ ਨੂੰ ਕੁਛ ਕਹਿੰਦੀ ਆ, ਕਦੇ ਕੁਛ ਕਹਿੰਦੀ ਆ। ਵਕੀਲ ਕਰ ਤੋਂ ਆਪ ਨਹੀਂ ਬਿਆਨ ਦਿੰਦੀ, ਵਕੀਲ ਤੋਂ ਦਵਾਏ ਆ। ਉਹ ਬੜਾ ਕੁਛ ਬੋਲਦਾ, ਕਹਿੰਦਾ ਜੇ ਧੀ ਨੂੰ ਇੰਨਾ ਹੀ ਚਾਅ ਆਪਦੀ ਮਾਂ ਸਾਂਭਣ ਦਾ, ਆਪਦੇ ਸਹੁਰੇ, ਪਰ ਸਾਡੇ ਰਿਵਾਜ ਨਹੀਂ ਗਾ। ਮੇਰੇ ਸਹੁਰਿਆਂ ਦੇ ਪਿੰਡ 'ਚ ਰਿਵਾਜ ਨਹੀਂ ਗਾ ਵੀ ਨੂੰਹਾਂ ਆਪਦੀਆਂ ਮਾਵਾਂ ਨੂੰ ਇੱਥੇ ਲਿਆ ਕੇ ਸਾਂਭਣ। ਉਹ ਕਹਿੰਦੇ ਨੇ ਜਾਓ ਤੁਸੀਂ ਆਪਦੇ ਮਾਂ ਪਿਓ ਕੋਲੇ ਰਹੋ, ਸਾਂਭੋ। ਬੈਠੀਆਂ ਕਹਿੰਦੀਆਂ ਤੁਹਾਡੇ ਪੁੱਤ ਮਾਈਆਂ, ਤੁਹਾਡੀਆਂ ਨੂੰਹਾਂ, ਜਿਹਦਾ ਵੀ ਘਰ ਪੁੱਛਦੇ ਸੀ ਪੁੱਤ ਅਸੀਂ, ਉਹਨਾਂ ਨੇ ਘਰ ਜਾ ਕੇ ਕਹਿ ਦਿੰਦੇ ਤੇ ਦਿਓ ਨਾ ਕਮਰਾ ਇਹਨਾਂ ਨੂੰ ਕਿਰਾਏ ਤੇ। ਮਤਲਬ ਉਹ ਸਾਰਿਆਂ ਨੂੰ ਕਹਿ ਦਿੰਦੇ ਕਿ ਇਹਨਾਂ ਨੂੰ ਕਮਰਾ ਨਾ ਦਿਓ ਕਿਰਾਏ ਤੇ? ਹਾਂ, ਕਹਿ ਦਿੰਦੇ ਇਹਨਾਂ ਨੇ ਕੱਢ ਕੇ ਲਿਆਉਣੀ ਆ ਵੀ ਕੁੜੀ, ਵੀ ਇਹਨਾਂ ਨੂੰ ਮਕਾਨ ਨਾ ਦਿਓ। ਅਸੀਂ 6000 ਤੇ ਮਕਾਨ ਲੈ ਲਿਆ। ਇੱਥੇ ਸਰਪੰਚ ਦਾ ਭਤੀਜਾ ਸੀ, ਮੈਂ ਸਫਾਈ ਕਰਕੇ ਆਈ, 200 ਰੁਪਈਆ ਸਫਾਈ ਵਾਲੀ ਨੂੰ ਵੀ ਦਿੱਤਾ ਵੀ ਚੱਲ ਭਈਏ ਰਹਿੰਦੇ ਸੀ, ਵਿਹਲਾ ਕੀਤਾ ਵਿਆਹ ਕਰਨ। 26 ਤਰੀਕ ਨੂੰ ਸਾਨੂੰ ਉਹਨਾਂ ਤੋਂ ਜਵਾਬ ਦਿੱਤਾ। 27 ਨੂੰ ਮੇਰੇ ਮਹਿਮਾਨ ਆਉਣ ਵਾਲੇ ਸੀ, 28 ਦੀ ਸਾਡੀ ਵੀ ਰਸਮ ਸੀਗੀ, ਪਰ ਅਸੀਂ 26 ਨੂੰ ਤਰੀਕੇ ਪਿੰਡ ਮੇਰੇ ਬੱਚੇ ਦੇ ਦੋਸਤ ਰਹਿੰਦੇ ਸੀ। ਉਹ ਕਹਿੰਦੇ ਵੀ ਤੁਸੀਂ ਕਿਸੇ ਗੱਲੋਂ ਨਾ ਵੀਰਾ ਵੀ ਤੂੰ ਡੁੱਲੀ, ਅਸੀਂ ਤੈਨੂੰ ਸਾਰਾ ਸਾਥ ਦੇਵਾਂਗੇ। ਉਹਨਾਂ ਮੁੰਡਿਆਂ ਨੇ ਕਮੇਸ਼ਵਰ ਜਗਜੀਤ ਸਿੰਘ ਦਾ ਮਕਾਨ ਸੀ, ਕੋਠੀ ਸਾਨੂੰ ਕਿਰਾਏ 'ਤੇ ਲੈ ਕੇ ਦਿੱਤੀ। ਫਿਰ ਅਸੀਂ ਉੱਥੋਂ 26 ਨੂੰ ਸ਼ਾਮ ਨੂੰ ਸਮਾਨ ਲੈ ਕੇ ਚਲੇ ਗਏ। 27 ਨੂੰ ਮੇਰੇ ਰਿਸ਼ਤੇਦਾਰ ਸਾਰੇ ਆ ਗਏ। 28 ਨੂੰ ਅਸੀਂ ਚੁੰਨੀ ਚੜ੍ਹਾ ਲਿਆ। ਫਿਰ ਅਸੀਂ ਉੱਥੇ ਰਹੀਆਂ ਵਾ। ਬੀਬੀ ਮੈਂ ਆਉਂਦੀ ਜਾਂਦੀ ਘਰ ਵੇਖ ਕੇ ਜਾਂਦੀ, ਜਦੋਂ ਬੀਬੀ ਪੈਨਸ਼ਨ ਲੈਣ ਆਉਂਦੀ ਇਹ ਵੀ ਦੇਖ ਕੇ ਜਾਂਦੀ, 10 ਮਿੰਟ ਬਹਿ ਕੇ ਜਾਂਦੇ। ਪਰ ਉਦਣ ਇਹਨੇ ਮਾੜਾ ਬਹੁਤ ਵੱਡਾ ਕੰਮ ਇਹ ਕੀਤਾ ਵੀ ਇਹਨੂੰ ਜਿੰਦਾ ਨਹੀਂ ਸੀ ਤੋੜ ਕੇ ਸਾਡਾ ਲਾਉਣਾ। ਜੇ ਮੈਂ ਇਲਜ਼ਾਮ ਲਾ ਦਿੰਦੀ ਵੀ ਮੇਰਾ ਅੰਦਰ ਆਹ ਕੁਛ ਪਿਆ ਸੀ, ਫਿਰ ਕੀ ਕਰ ਲੈਂਦੀ ਇਹ ਮੇਰਾ। ਮੈਂ ਫਿਰ ਵੀ ਸੋਚਦੀ ਹਾਂ ਵੀ ਚੱਲ ਭਰਾ ਵਾ, ਮੇਰੇ ਤੋਂ ਛੋਟਾ ਵਾ, ਮੈਂ ਪੁੱਤਾਂ ਵਾਂਗੂ ਪਾਲਿਆ। 6ਵੀਂ 'ਚੋਂ ਪੜ੍ਹਦਾ, ਮੈਂ ਆਪਦੇ ਕੋਲੇ ਡੱਬ ਵਾਲੀ ਲਗਾਈ ਇਹਨੂੰ। ਡੱਬ ਵਾਲੀ ਇਹਨੂੰ ਪਹਿਲਾਂ 2-3 ਸਾਲ ਫਿਰਦਾ ਰਿਹਾ, ਫਿਰ ਮੇਰੇ ਘਰ ਵਾਲੇ ਨੇ ਇਹਨੂੰ ਕੰਮ ਸਿਖਾਇਆ। ਫਿਰ ਅਸੀਂ ਰੱਖਿਆ, 3-4 ਸਾਲ ਰਿਹਾ। ਫਿਰ ਇਹਦਾ ਵਿਆਹ ਵੀ ਰਿਸ਼ਤਾ ਆਉਣ ਲੱਗ ਗਿਆ। ਫਿਰ ਇਹਨੂੰ ਮੈਂ ਡੇਲੋਂ ਵਿਆਹ ਕੇ ਲਿਆਈ, ਆਪਦੀ ਕਮਾਈ ਦੇ ਆਪਦੇ ਸਾਰੇ ਕੁਛ ਕਰਕੇ। ਫਿਰ ਮੈਂ ਡੇਲੋਂ ਵਾਲੀ ਦਾ ਇਹਨਾਂ ਦੀ ਬਣੀ ਨਾ, ਦੋਨਾਂ ਜਾਣਿਆਂ ਦੀ। ਫਿਰ ਦੁਬਾਰੇ ਅਸੀਂ ਇਹਨੂੰ ਇਹ ਛੱਡੀ ਹੋਈ ਸੀਗੀ, ਪਹਿਲਾਂ 2 ਥਾਵੇਂ ਸੀਗੀ ਆ, ਤੀਜੇ ਥਾਵੇਂ ਸਾਡੇ ਕੋਲ ਆ। ਸਾਨੂੰ ਲੋਕਾਂ ਨੇ ਬਹੁਤ ਕਿਹਾ ਸੀਗਾ ਵੀ ਇਸ ਜਨਾਨੀ ਨੇ ਪਹਿਲਾਂ 2 ਘਰ ਖਰਾਬ ਇਹਨਾਂ ਨੇ ਕੀਤੇ, ਤੁਸੀਂ ਨਾ ਕਰੋ। ਅਸੀਂ ਆਖਿਆ ਖਬਰ ਆ ਇਹਦੀ ਕਿਸਮਤ ਦੇ ਵਿੱਚ ਵੀ ਕੋਈ ਧੱਕਾ ਹੋਊਗਾ, ਅਸੀਂ ਇਹ ਕੰਮ ਨਹੀਂ ਕਰਦੇ। ਜਦੋਂ ਹਾਂ ਕਰਤੀ, ਹੁਣ ਨਾ ਨਹੀਂ ਕਰਨੀ। ਤੁਸੀਂ ਵੀ ਇਹਨਾਂ ਦਾ ਚੰਗਾ ਹੀ ਸੋਚਿਆ, ਪਰ ਉਹਨਾਂ ਨੇ ਤੁਹਾਡਾ ਨਹੀਂ ਉਹਨਾਂ ਸੋਚਿਆ। ਨੇ ਨਹੀਂ ਸਾਡਾ ਸੋਚਿਆ। ਮੈਂ ਕਦੇ, ਮੇਰਾ ਭਰਾ ਜਾਂਦਾ ਸੀ ਭੈਣ ਜੀ, ਮੈਂ ਜਿਨ੍ਹਾਂ ਦੇ ਕੰਮ ਕਰਦੀ ਸੀ, ਸਾਰਾ ਪਰਿਵਾਰ ਕੈਨੇਡਾ 'ਚ ਆ। ਮੈਂ ਤੁਹਾਡੀ ਗੱਲ ਵੀ ਕਰਾ ਦਿੰਦੀ ਹਾਂ। ਜਿੰਨਾ ਮੈਨੂੰ ਕੱਪੜਾ ਲੀੜਾ ਦਿੰਦੇ ਸੀ ਤੇ ਮੇਰੇ ਬੱਚਿਆਂ ਦੇ ਆਉਂਦਾ ਨਹੀਂ ਸੀ, ਤਾਂ ਮੇਰੀਆਂ 10-10 ਪੈਂਟਾਂ ਮੇਰਾ ਭਰਾ ਪਾਈ ਫਿਰਦਾ ਮੇਰੇ ਸਾਹਮਣੇ, ਟੀ-ਸ਼ਰਟਾਂ ਕੈਨੇਡਾ ਦੀਆਂ ਹਜੇ ਵੀ ਪਾਈ ਫਿਰਦਾ ਵਾ। ਇਹ ਨਹੀਂ ਕਹਿੰਦੀ ਮੇਰਾ ਬੰਦਾ ਮਰ ਗਿਆ, ਜਿੰਨੇ ਉਹਦੇ ਕੱਪੜੇ ਸੀ ਸਾਰੇ ਮੇਰਾ ਭਰਾ ਚੱਕ ਕੇ ਲਿਆਇਆ, ਕਹਿੰਦਾ ਵੀ ਮੈਂ ਪਾਊਂਗਾ। ਮੈਂ ਆਖਿਆ ਵੀ ਕੋਈ ਗੱਲ ਨਹੀਂ, ਭਰਾ ਨੇ ਪਾ ਲਏ, ਇੱਕ ਮੇਰੇ ਬੱਚਿਆਂ ਨੇ ਪਾ ਲਏ। ਕਿਉਂ ਮੇਰੇ ਬੱਚਾ ਵੱਡਾ ਮੁੰਡਾ ਮੇਰਾ ਕੱਦ ਦਾ ਲੰਬਾ ਵਾ, ਉਹ ਪਤਲਾ ਸੀਗਾ, ਉਹ ਪਾਉਂਦਾ ਨਹੀਂ ਸੀ ਹੁੰਦਾ, ਉਹਦੇ ਆਉਂਦੀਆਂ ਨਹੀਂ ਸੀ। ਜਿਹੜਾ ਉਦੋਂ ਛੋਟਾ ਉਹ ਭਾਰਾ ਵਾ ਸਰੀਰ 'ਚ, ਉਹਦੇ ਵੀ ਨਹੀਂ ਸੀ ਆਉਂਦੀਆਂ। ਚੱਲ ਇਹਦੇ ਆਉਂਦੀਆਂ ਸੀ, ਇਹ ਚੱਕ ਲਿਆਇਆ ਹਰ ਇੱਕ ਚੀਜ਼। ਫਰਿੱਜ, ਮੈਂ ਇਹਦਾ ਵਿਆਹ ਹੋਇਆ, ਮੈਂ ਫਰਿੱਜ ਡੱਬ ਵਾਲੀ, ਕਿਸੇ ਬੰਦੇ ਦੀ ਗੱਡੀ ਆਉਂਦੀ ਸੀ, ਮੈਂ ਉਹਦੇ ਹੱਥ ਭੇਜੀ। ਮੇਰੇ ਭਰਾ ਵੱਡੇ ਦੀ ਆਉਂਦੀ ਸੀ, ਜਿਹੜਾ ਮੇਰੇ ਤੋਂ ਛੋਟਾ ਸੀ। ਮੈਂ ਆਖਿਆ ਵੀ ਗੀਤੇ ਦੋਨੇ ਘਰ ਵਰਤੀ ਜਾਇਓ, ਤੁਸੀਂ ਫਰਿੱਜ ਲੈ ਜਾ ਮੇਰੇ ਤੋਂ। ਮੈਂ ਆਪੇ, ਮੇਰਾ ਬੰਦਾ ਫਰਿੱਜਾਂ ਵਾਲਿਆਂ ਦੇ ਲੱਗਿਆ ਹੋਇਆ, ਮੈਂ ਹੋਰ ਚੱਕ ਲਿਆ। ਫਿਰ ਮੈਨੂੰ ਕਹਿੰਦੀ ਵੀ ਸਾਡੇ ਚੁੱਲ੍ਹਾ ਹੈ ਨਹੀਂ ਗਾ, ਵੀ ਪਹਿਲਾਂ ਰੋਟੀਆਂ ਆਪਾਂ ਦੂਜੇ ਚੁੱਲ੍ਹਿਆਂ 'ਤੇ ਹੀ ਬਣਾਉਂਦੇ ਸੀ। ਕਹਿੰਦੀ ਗੈਸ ਚੁੱਲ੍ਹਾ ਲੈ ਕੇ 500 ਦਾ ਬੁੜੀ ਤੋਂ ਮੈਂ ਕਿਸੇ ਤੋਂ ਲੈ ਕੇ ਉਹਨੂੰ ਚੁੱਲ੍ਹਾ ਲੈ ਕੇ ਦੇ ਕੇ ਗਈ। ਜਦੋਂ ਮੈਂ ਆਉਣਾ, ਕਦੇ ਇਹਨੂੰ ਕੱਪੜੇ ਲੈ ਕੇ ਆਉਣੇ, ਕਦੇ ਇਹਦੀ ਧੀ ਨੂੰ ਲੈ ਕੇ ਆਉਣੇ। ਮੈਂ ਕਹਿਣਾ ਮੇਰੀ ਭਰਜਾਈ ਆ, ਮੇਰੇ ਤੋਂ ਛੋਟੀ ਆ। ਉਸ ਭਰਜਾਈ ਨੇ ਕਦੇ ਮੈਨੂੰ 3 ਕੱਪੜੇ ਨਹੀਂ ਦਿੱਤੇ, ਘਰ ਵੀ ਪਵਾ ਲਿਆ। ਘਰ ਵੇਲੇ ਮੈਂ 35,000 ਰੁਪਈਆ ਆਪਦੀ ਮੈਡਮ ਤੋਂ ਲੈ ਕੇ ਆਈ। ਮੈਨੂੰ ਮੈਡਮ ਕਹਿੰਦੀ ਤੈਨੂੰ ਦੇਣਾ ਨਹੀਂ। ਮੈਂ ਕਿਹਾ ਕੋਈ ਨਾ, ਨਾ ਦਊ, ਮੇਰੀ ਮਾਂ ਬੈਠੀ ਆ।
ਭਰਾ ਨਾ ਦਊਗਾ ਤਾਂ ਮੇਰੀ ਮਾਂ ਤੇਰੇ ਪੈਸੇ ਮੋੜੂ ਮੈਡਮ, ਪਰ ਤੂੰ ਇਹ ਨਾ ਸੋਚ। ਪਰ ਅੱਜ ਜਿਹੜੀ ਮੇਰੀ ਭਰਜਾਈ ਮੈਨੂੰ ਅੱਖੀਂ ਦੇਖ ਕੇ ਜਦੋਂ ਮੈਂ ਬਾਹਰ 'ਚ ਨਿਕਲ ਜਾਂਦੀ ਆ ਤਾਂ ਮੱਥੇ ਨੂੰ ਲੁਕੋ ਕੇ ਘੁੰਡ ਕੱਢ ਕੇ ਲੰਘਦੀ ਆ ਵੀ ਇਹ ਮੱਥੇ ਕਿਉਂ ਲੱਗ ਗਈ। ਬੱਚੇ ਨਹੀਂ ਬੋਲਦੇ ਸੀ, ਮੁੰਡਾ ਉਹ ਨਹੀਂ ਬੋਲਦਾ, ਉਹਨੂੰ ਅਕਲ ਡੱਕੇ ਦੀ ਨਹੀਂ। ਪੋਤੇ ਪੋਤੀਆਂ ਵੀ ਨਹੀਂ ਬੁਲਾਉਂਦੇ? ਨਾ ਨਾ ਨਾ, ਰਾਮ ਰਾਮ। ਉਹਦਾ ਤਾਂ ਇਹੋ ਜਿਹੇ ਲਫ਼ਜ਼ ਬੋਲਿਆ ਮਾਤਾ ਨੂੰ। ਆਹ ਦੇਖੋ ਤੁਹਾਨੂੰ ਮੈਂ ਐਕਸਰੇ ਦਿਖਾਉਣੀ ਆ, ਤੇ ਮਾਤਾ ਦੇ ਗੰਢ ਕਿੱਡੀ ਆ, ਤੁਸੀਂ ਹੱਥ ਲਾ ਕੇ ਵੇਖੋ, ਰੋਟੀ ਨਹੀਂ ਲੰਘਦੀ। ਪੋਤੇ ਨੇ ਤੇ ਨੂੰਹ ਨੇ ਕੁੱਟੀ ਆ ਇਹ, ਜਿੰਦਾ ਲਾ ਦਿੰਦੇ ਆ। ਹੁਣ ਮਾਤਾ ਤੁਸੀਂ ਦੇਖ ਲਿਓ, ਕਦੇ ਵੀ ਆ ਕੇ ਵੇਖਿਓ, ਮਾਤਾ ਉੱਥੇ ਖੜੀ ਮਿਲੂਗੀ ਤੁਹਾਨੂੰ, ਕਿਉਂ ਮਾਤਾ ਦੀਆਂ ਆ ਜਿਹੜੀਆਂ ਚੀਜ਼ਾਂ ਨੇ ਆਏ ਕਰਦੀ ਸੀ, ਸੋਟੀ ਦੇਖੀ ਆ ਨਾ ਤੁਸੀਂ, ਉਹਦੇ ਕਰਕੇ ਇਹ ਚਲੀ ਜਾਂਦੀ ਆ। ਇਹਨੇ ਜਿੰਦਾ ਲਾ ਲਿਆ। ਮੈਂ ਆਖਿਆ ਅੰਜੂ ਤੂੰ ਜਿੰਦਾ ਨਾ ਲਾ, ਵੀ ਖੋਲ ਦੇ, ਬੀਬੀ ਨੇ ਬਾਹਰ ਨਿਕਲਣਾ। ਇੱਥੋਂ ਲੜ ਪਈ ਤੇ ਮਾਤਾ ਖੜੀ ਸੀ, ਮੈਂ ਅੰਦਰ ਫੁਲਕਾ ਬਣਾਉਂਦੀ ਸੀ ਉਸ ਕਮਰੇ 'ਚ। ਲੈਂਦੀ ਨੇ 4-5 ਮੁੱਕੀਆਂ ਮਾਰੀਆਂ। ਮੈਂ ਸ਼ਾਮ ਨੂੰ ਰਘੂਨਾਥ ਦੇ ਲੈ ਕੇ ਗਈ। ਇਹ ਮਾਲ ਐਸ ਨੇ ਪੈਸੇ ਦਿੱਤੇ ਜਿੱਥੇ ਅਸੀਂ ਹੁਣ ਬੈਠੇ ਹਾਂ। 1000 ਰੁਪਈਆ ਮੈਂ ਗਵਾਂਢੀਆਂ ਤੋਂ ਕਈ ਵਾਰੀ ਘਰੇ ਨਹੀਂ ਵੀ ਹੁੰਦਾ ਪੈਸਾ, ਮੈਂ ਉੱਥੇ ਲਗਾਈ ਸਾਰੀਆਂ। ਇਹਦੇ ਨਾਲੇ ਐਕਸਰੇ ਲਹਾਏ, ਨਾਲੇ ਦਵਾਈ 950 ਦੀ। ਫਿਰ ਮੈਂ 2-3 ਦਿਨ ਰਹੀ। ਮੈਂ ਪੁਲਿਸ ਵਾਲੇ ਨੂੰ ਫੋਨ ਕੀਤਾ ਵੀ ਮੈਂ ਤਾਂ ਜਾਣਾ, ਮੇਰੇ ਘਰ ਨੂੰ ਕੱਲ੍ਹ ਨੂੰ ਕੋਈ ਵੀ ਮੇਰਾ ਕਬਜ਼ਾ ਵਾ, ਵੀ ਕੁਛ ਹੋਵੇ ਨਾ। ਉਹ ਕਹਿੰਦਾ ਮੈਂ ਜ਼ਿੰਮੇਵਾਰ ਆ। ਜਦੋਂ ਮੈਂ ਹੁਣ ਕਿਹਾ ਵੀ ਤੁਸੀਂ ਤਾਂ ਜ਼ਿੰਮੇਵਾਰੀ ਲਈ ਸੀ, ਮੇਰੇ ਕੋਲ ਸਾਰੀਆਂ ਦਰਖਾਸਤਾਂ ਕਮਿਸ਼ਨਰ ਵਾਲੀਆਂ ਵੀ ਪਈਆਂ ਨੇ। ਮੈਂ ਕਿਹਾ ਵੀ ਤੁਸੀਂ ਤਾਂ ਕਹਿੰਦੇ ਸੀਗੇ, ਕਹਿੰਦਾ ਪਰ ਸਰਪੰਚ ਨਾਲ ਗੱਲ ਕਰੋ। ਮੈਂ ਕਿਹਾ ਸਰਪੰਚ ਨੂੰ ਕਿਹੜਾ ਮੈਂ ਦੱਸ ਕੇ ਗਈ ਸੀਗੀ ਵੀ ਮੈਂ ਚੱਲੀ ਆ? ਤੁਹਾਨੂੰ ਦੱਸ ਕੇ ਗਈ ਸੀ, ਤੁਹਾਨੂੰ ਦਰਖਾਸਤ ਲਿਖ ਕੇ ਦਿੱਤੀ ਸੀ। ਤੁਸੀਂ ਕਿਹਾ ਸੀ ਕੋਈ ਲੋੜ ਨਹੀਂ ਸੀ ਭਾਈ ਵੀ ਦਰਖਾਸਤ ਤਾਂ ਕਾਹਨੂੰ ਆ, ਵੀ ਮੈਂ ਜ਼ਿੰਮੇਵਾਰ ਆ। ਮੈਂ ਕਿਹਾ ਸਰਪੰਚ ਕੋਲੇ ਜਦੋਂ ਅਸੀਂ ਪਹਿਲੀ ਵਾਰੀ ਸਾਡੇ ਨਾਲ ਇਹਨਾਂ ਨੇ ਲੜਾਈ ਕੀਤੀ, ਮੈਂ ਗਈ, ਬੀਬੀ ਨੂੰ ਵੀ ਗਈ। ਕੁੜੀ ਬੋਲਦੀ ਆ ਵੀ ਇਹਦੇ ਤਾਂ 20 ਖਸਮ ਨੇ, ਮੈਨੂੰ ਬੋਲਦੀ ਆ। ਮੈਂ ਆਖਿਆ ਵੀ ਦੇਖੋ ਇਹ ਇੰਨਾ ਗਲਤ ਬੋਲਦੀਆਂ ਨੇ, ਕੱਲ੍ਹ ਨੂੰ ਜੇ ਮੈਂ ਬੋਲੂੰ ਫਿਰ ਬਹੁਤਾ, ਫਿਰ ਤੁਹਾਨੂੰ ਪਤਾ ਹੀ ਆ ਇੱਟ ਚੱਕਦਿਆਂ ਨੂੰ ਤਾਂ ਪੱਥਰ ਹੀ ਚੱਕਦਾ। ਫਿਰ ਮੈਂ ਵੀ ਬੋਲੀ, ਆਪਾਂ ਨਹੀਂ ਕਹਿੰਦੇ ਨਹੀਂ ਬੋਲੀ, ਆਪਾਂ ਵੀ ਜਿੰਨੀਆਂ ਕੁ ਮੂੰਹੋਂ ਨਿਕਲੀਆਂ ਕੱਢੀਆਂ। ਉਸ ਤੋਂ ਬਾਅਦ ਕੋਈ ਸਰਪੰਚ ਨਹੀਂ ਆਇਆ। ਸਰਪੰਚ ਆਖਦਾ ਮੈਨੂੰ ਪੈਨਸ਼ਨੀ ਨਹੀਂ ਆਉਣ ਦਿੰਦੀ ਤੁਹਾਡੇ ਮਹੱਲੇ ਦੀ। ਮੈਂ ਕਿਹਾ ਵੀ ਪੈਨਸ਼ਨੀ ਦਾ ਕੀ ਕੰਮ? ਜਿੱਦਣ ਮੈਂ 100 ਨੰਬਰ 'ਤੇ 20 ਤਰੀਕ ਨੂੰ ਫੋਨ ਕੀਤਾ, ਉਹ ਆਏ 100 ਨੰਬਰ ਵਾਲੇ, ਅਤੇ ਉਹਨਾਂ ਨੂੰ ਕਹਿੰਦੀ ਆ ਕਾਂਗਰਸ ਦਾ ਰਾਜ ਆ, ਦਲਜੀਤ ਕੌਰ ਆ, ਨਿੱਕੂ ਦੀ ਨੂੰਹ ਆ, ਮੇਜਰ ਸਿੰਘ ਦੇ ਘਰੋਂ ਆ। ਉਹ ਕਹਿੰਦੀ ਆ ਬਈ ਕਾਂਗਰਸ ਦਾ ਰਾਜਾ ਜਿੰਦਾ ਨਹੀਂ ਖੁੱਲ੍ਹਦਾ। ਮੈਂ ਕਿਹਾ ਵੀ ਕਾਂਗਰਸ ਦਾ ਰਾਜ ਆ, ਕੋਈ ਨਹੀਂ, ਕਦੇ ਅਕਾਲੀਆਂ ਦਾ ਵੀ ਆ ਜਾਊਗਾ, ਸਦੋਂ ਕੋਈ ਇੱਕ ਰਾਜ ਨਹੀਂ ਰਹਿੰਦਾ ਹੁੰਦਾ। ਪਰ ਇਸ ਰਾਜ ਦਾ ਇਸ ਨਾਲ ਕੀ ਲੈਣਾ ਦੇਣਾ? ਇਸ ਕੰਮ ਸੰਬੰਧੀ ਇਸ ਰਾਜ ਦਾ ਕੀ ਲੈਣ ਦੇਣਾ? ਹਾਂਜੀ, ਮੈਂ ਜਿਹੜਾ ਇਹਨਾਂ ਨੇ ਕਿਹਾ ਤੁਹਾਨੂੰ ਕਿ ਕਾਂਗਰਸ ਦਾ ਰਾਜ ਹੈ ਜਾਂ ਅਕਾਲੀ ਦਾ ਰਾਜ ਆਏਗਾ, ਪਰ ਉਸ ਨਾਲ ਤੁਹਾਡੇ ਘਰੇਲੂ ਮਸਲੇ 'ਚ ਤਾਂ ਉਹਦਾ ਕੋਈ ਲੈਣਾ ਦੇਣਾ ਹੀ ਨਹੀਂ ਹੈ। ਤੁਸੀਂ ਦੱਸੋ ਆਪ ਮੈਨੂੰ ਵੀ ਉਹਨਾਂ ਦਾ ਕੀ ਰਾਜ ਆ? ਐਂ ਤਾਂ ਨਹੀਂ ਕੈਂਪਟਨ ਕਹਿੰਦਾ ਵੀ ਬੁੜੀਆਂ ਨੂੰ ਘਰੋਂ ਕੱਢ ਦਿਓ, ਕੋਈ ਬਾਦਲ ਨਹੀਂ ਕਹਿੰਦਾ। ਬਾਦਲ ਨੇ ਤਾਂ ਆਸ਼ਰਮ ਖੋਲ੍ਹ ਰੱਖੇ ਆ ਬਹੁਤ ਜ਼ਿਆਦਾ। ਮੈਂ ਡੱਬ ਵਾਲੀ ਨਾਲ ਹੀ ਰਹਿੰਦੀ ਹਾਂ, 7 ਤੋਂ 10 ਕਿਲੋਮੀਟਰ ਹੀ ਬਾਦਲ ਦਾ ਪਿੰਡ ਆ, ਆਉਂਦੇ ਜਾਂਦੇ ਹਾਂ ਅਸੀਂ ਉੱਧਰ ਵੀ। ਤੇ ਉਹਦਾ ਤਾਂ ਤੁਸੀਂ ਸਾਨੂੰ ਦੱਸਿਆ ਸੀ ਕਿ ਮਾਤਾ ਜੀ ਨੂੰ ਪੈਨਸ਼ਨ ਆਉਂਦੀ ਹੈ। ਹਾਂਜੀ। ਕਿਸ ਚੀਜ਼ ਦੀ ਪੈਨਸ਼ਨ ਆਉਂਦੀ ਹੈ? ਮੇਰੇ ਪਾਪਾ ਜੀ ਆਰਮੀ 'ਚ ਸੀਗੇ। ਅੱਛਾ। ਮੇਰੇ ਪਾਪਾ ਜੀ ਆਰਮੀ ਸੀ, ਉਹਨਾਂ ਨੇ ਥੋੜਾ ਚਿਰ ਨੌਕਰੀ ਕੀਤੀ ਸੀ। ਹਲਵਾਰਾ ਹੈ ਨਹੀਂ, ਹਾਂਜੀ, ਹਲਵਾਰੇ ਨੌਕਰੀ ਕਰਦਾ ਸੀ। ਅੱਛਾ। ਉਹ ਨੌਕਰੀ ਕਰਦਾ ਸੀ। ਜਨਰੇਟਰ ਨਹੀਂ ਕਿ ਜਦ ਬਿਜਲੀ ਚਲੀ ਜਾਂਦੀ ਹੈ, ਹਾਂਜੀ ਹਾਂਜੀ, ਉਹ ਜਨਰੇਟਰਾਂ ਦੇ ਉਹਦੀ ਡਿਊਟੀ ਹੁੰਦੀ ਸੀ। ਬਿਜਲੀ ਗਈ ਤੇ ਉਹ ਚਲਾਉਂਦਾ ਸੀ। ਠੀਕ ਹੈ। ਉਹੀ ਪੈਸੇ ਦਾ ਜਿਹੜਾ ਮੇਰੀ ਮੰਮੀ ਦੇ ਵੀ ਮੇਰੇ ਦਾਦੇ ਦੀ ਜਾਇਦਾਦ ਸੀ, ਉਹ ਸਾਡੇ ਕੋਲੇ ਹੈ ਨਹੀਂ ਗੀ। ਉਹ ਇਹਨਾਂ ਨੇ ਆਪਦਾ ਹਿੱਸਾ ਵੇਚਤਾ। ਇਹਦਾ ਤੇ ਵੱਡੇ ਦਾ ਹਿੱਸਾ ਸਾਹਮਣੇ ਘਰ 'ਚ ਵੱਡੀ ਰਹਿੰਦੀ ਹੈ, ਇਹਨਾਂ ਨੇ ਲਿਆ ਨਹੀਂ ਗਾ। ਇਹ ਕਹਿੰਦਾ ਮੈਂ ਨਹੀਂ ਲੈਣਾ। ਉਹਦਾ 13,000 ਰੁਪਈਆ ਮਿਲਿਆ ਸੀ ਮੇਰੀ ਮੰਮੀ ਨੂੰ, ਉਸੇ ਦਾ ਇਹ ਬੀਬੀ ਨੇ 3 ਵਿਸਵੇ ਜਗ੍ਹਾ ਲੈ ਲਈ ਉਸ। ਹਾਂਜੀ, ਵੱਡੀ ਵਾਲੀ ਨਹੀਂ ਰੱਖਦੀ ਮਾਤਾ ਜੀ ਨੂੰ? ਨਹੀਂ, ਅਸੀਂ ਵੱਡੀ ਵਾਲੀ ਹੁਣ ਅਸੀਂ ਕਹਿੰਦੇ ਨਹੀਂ ਕਿਸੇ ਨੂੰ। ਵੱਡੀ ਵਾਲੀ ਤਾਂ ਰੱਖਦੀ ਸੀ, ਵੈਵੇਂ ਅਸੀਂ ਕਿਉਂ ਕਹੀਏ। ਵੱਡੇ ਵਾਲੀ ਨੇ ਜਿੰਨਾ ਚਿਰ ਉਹ ਤੋਂ ਸਾਂਭਿਆ ਉਹਨੇ ਸਾਂਭਿਆ ਵਿਚਾਰੀ ਨੇ। ਮੈਂ ਤਾਂ ਹੁਣ 2 ਸਾਲ ਦੀ ਆਈ ਹਾਂ, ਪਹਿਲਾਂ ਵੱਡੇ ਵਾਲੀ ਕੋਈ ਸਾਂਭਦੀ ਸੀ ਵਿਚਾਰੀ। ਅਸੀਂ ਉਹਨੂੰ ਕਹੀਏ ਵੀ ਉਹ ਮਾੜੀ ਆ, ਵੀ ਉਹਨੂੰ ਸਾਂਭਦੀ ਨਹੀਂ, ਉਹ ਤਾਂ ਕੁਛ ਨਹੀਂ ਕਹਿੰਦੀ। ਉਹ ਕਹਿੰਦੀ ਪਰ ਮੈਂ ਵੀ ਅੱਗ ਨਹੀਂ ਹੁਣ ਮਚਾ ਸਕਦੀ ਬੀਬੀ। ਦੀਦੀ ਉਹ ਵੀ ਡਿਊਟੀ ਕਰਦੀ ਆ, ਮੈਡੀਸਿਟੀ ਲੱਗੀ ਹੋਈ ਆ, ਉਹ ਸਾਂਭਣ ਨੂੰ ਕੋਈ ਨਹੀਂ। ਹੁਣ ਅਸੀਂ ਉਸੇ ਘਰੋਂ ਬਰਫ ਲਿਆਉਣਾ, ਉਸੇ ਘਰੋਂ ਚੀਜ਼ ਦੀ ਦਾਲ ਪਾਣੀ ਦੀ ਲੋੜ, ਰਾਤ ਬਰਾਤੇ ਕੋਈ ਚੀਜ਼ ਦੀ ਲੋੜ ਪੈਂਦੀ ਆ, ਉਸੇ ਘਰੋਂ ਲੈ ਕੇ ਆਉਂਦੇ ਆ। ਮੇਰੇ ਪਾਪਾ ਜੀ ਦੀ ਆਰਮੀ ਵਾਲੀ ਕੋਈ ਪੈਨਸ਼ਨ ਦੇ ਨਾਲ ਮੰਮੀ ਨੇ 1-1 ਰੁਪਈਆ ਜੋੜ ਕੇ ਆਪ ਲੋਕਾਂ ਘਰੇ ਕੰਮ ਕਰਕੇ ਰੋਟੀ ਖਾਧੀ। ਮੇਰਾ ਦੋਤਾ ਇਹਨੂੰ 10,000 ਰੁਪਈਆ ਫੜਾਉਂਦਾ ਸੀ, ਉਹ ਵੀ ਲਿਜਾ ਕੇ ਡਾਕਖਾਨੇ 'ਚ ਜਮ੍ਹਾਂ ਕਰਦੀ ਸੀ ਕਿ ਵੀ ਮੈਂ ਆਪਦੇ ਪੁੱਤ ਦਾ ਘਰ ਬਣਾ ਲੂੰਗੀ, ਕੋਲੇ ਮੈਂ ਆਪਦਾ ਦੋਤਾ ਰੱਖੂੰ, ਉਹਦੇ 1 ਲੜਕਾ ਵਾ। ਪਰ ਮੇਰੇ ਭਰਾ ਨੇ ਕੁਛ ਨਹੀਂ ਸੋਚਿਆ। ਇਹੀ ਸੋਚਦਾ ਸਾਡੀ ਮਾਂ ਨੇ ਲੋਕਾਂ ਦੇ ਭਾਂਡੇ ਮਾਂਜ ਕੇ ਸਾਨੂੰ ਪਾਲਿਆ,
ਮੇਰੇ ਉਹ ਗੱਲਾਂ ਯਾਦ ਨੇ। ਅਸੀਂ ਕਦੇ ਕੱਪੜਾ ਨਹੀਂ ਸੀ ਸਮਾਇਆ, ਲੋਕਾਂ ਦਾ ਲਾਇਆ ਪਾਇਆ ਪਾ ਕੇ। ਮੈਨੂੰ ਇੱਕ ਕੌਲੀ ਨਹੀਂ ਦਿੱਤੀ ਪਾਣੀ ਪੀਣ ਨੂੰ ਜਦੋਂ ਮੇਰੀ ਸ਼ਾਦੀ ਹੋਈ ਸੀ। ਮੈਂ ਤਾਂ ਵੀ ਸਬਰ ਦੀ ਘੁੱਟ ਭਰ ਕੇ ਆਪਦੇ ਬਈ ਕਦੇ ਮੈਨੂੰ ਸੁਣਾਇਆ ਨਹੀਂ ਸੀ ਮੇਰੇ ਸੱਸ ਸਹੁਰੇ ਨੇ ਵੀ ਤੂੰ ਕੁਛ ਲੈ ਕੇ ਨਹੀਂ ਆਈ। ਮੇਰਾ ਬੰਦਾ ਇਹੋ ਜਿਹਾ ਸੀਗਾ, ਬਹੁਤ ਜ਼ਿਆਦਾ ਚੰਗਾ। ਮੈਂ ਕਹਿੰਦੀ ਹਾਂ ਹਰ ਇੱਕ ਨੂੰ ਮਿਲਿਆ, ਕਦੇ ਉਹਨੇ ਆਏ ਨਹੀਂ ਸੀ ਆਖਿਆ। ਫਿਰ ਮਾਤਾ ਦੇ ਆਪਰੇਸ਼ਨ ਹੋਏ, ਮੇਰੇ ਬੰਦੇ ਨੇ ਆਪ ਕਰਵਾਏ। ਪਹਿਲਾਂ ਮਾਤਾ ਦੀਆਂ ਅੱਖਾਂ ਦਾ ਆਪਰੇਸ਼ਨ ਕਰਾਇਆ, ਫਿਰ ਮਾਤਾ ਦੇ ਪਿੱਤੇ ਦਾ ਕਰਾਇਆ, ਫਿਰ ਮਾਤਾ ਦੇ 4.5 ਕਿਲੋ ਰਸੌਲੀ ਨਿਕਲੀ, ਹਜੇ ਵੀ ਮੇਰੇ ਕੋਲੇ ਕਾਗਜ਼ ਪਏ ਆ। ਫਿਰ ਮਾਤਾ ਦਾ ਅਸੀਂ ਉਹ ਆਪਰੇਸ਼ਨ ਕਰਾਇਆ। ਡਾਕਟਰ ਵੀ ਅਜੇ ਜਿਉਂਦਾ, ਮਿੱਤਲ ਜੀ ਨੇ ਕੀਤਾ ਵਾ। ਤੇ ਮਾਤਾ ਨੇ ਦੱਸਿਆ ਕਿ ਉਹਨਾਂ ਨੇ ਸਿਰ ਤੇ ਕੁਝ ਮਾਰਤਾ ਸੀ ਤੇ ਉਸ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਚਲੀ ਗਈ ਜਾਂ ਪਹਿਲਾਂ ਹੀ ਕੋਈ ਦਿੱਕਤ ਸੀ? ਹਾਂਜੀ, ਸਰੋਂ ਦੇ ਤੇਲ ਦੇ ਵਿੱਚ ਮਛਾਣਾ ਦੀ ਰਾਖ ਲਿਆ ਕੇ ਸਰੋਂ ਦੇ ਤੇਲ ਵਿੱਚ ਪਾਤੀ। ਉਦੋਂ ਦਾ ਮਾਤਾ ਦੀ ਨਾਲੇ ਤਾਂ ਨਿਗਾਹ ਗਈ, ਨਾਲੇ ਮਾਤਾ ਕਹਿੰਦੀ ਆ ਮੈਨੂੰ ਮਛਾਣੀ ਦਿੰਦੀ ਹੈ। ਇਹ ਨਹੀਂ ਪਤਾ ਹੁਣ ਇਹਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ। ਹੋਰ ਵੀ ਕੋਈ ਦਿੱਕਤ ਹੈ ਮਾਤਾ ਜੀ ਨੂੰ? ਪੀਲੇ ਕੱਪੜੇ ਪਾਏ ਹੋਏ ਨੇ, ਦੇਖਦੇ ਮੇਰੇ ਨਾਲ ਉਹ ਨਹੀਂ ਪਰੇ ਹੁੰਦੀ ਦਿਨ ਰਾਤ, ਹੁਣ ਵੀ ਮੇਰੇ ਨਾਲ ਆ ਮਗਰ। ਐਕਸਰੇ ਦਿਖਾ ਦਿੰਦੀ ਆ, ਇਸੇ ਨੋਹ ਨੇ ਕੁੱਟੀ ਆ। ਸਾਰਾ ਕੁਝ ਕਾਗਜ਼ ਮੇਰੇ ਕੋਲ ਤਿਆਰ ਆ, ਸਾਰੇ ਲਾਏ ਹੋਏ ਵੀ ਆ ਨਾਲ, ਸਾਰੇ ਵੀਡੀਓ ਵਾਲੇ ਲੈ ਕੇ ਵੀ ਗਏ ਹੋਏ ਨੇ। ਹੁਣ ਸਾਡੀ ਇਹੀ ਹੈਗੀ ਆ ਹਰ ਇੱਕ ਪ੍ਰਸ਼ਾਸਨ ਨੂੰ ਕਿ ਸਾਡਾ ਮਕਾਨ ਸਾਨੂੰ ਦਿੱਤਾ ਜਾਵੇ। ਅਸੀਂ ਇਹਨਾਂ ਤੋਂ ਕੁਝ ਨਹੀਂ ਮੰਗਦੇ। ਸਰਪੰਚ ਦਾ ਫੋਨ ਗਿਆ ਕੱਲ੍ਹ ਵੀਡੀਓ ਵਾਲਿਆਂ ਨੂੰ ਵੀ ਰੋਟੀ ਵੀ ਦੇਣਗੇ, ਕੱਪੜਾ ਵੀ ਧੋਤਾ ਦੇਣਗੇ, ਸਾਰਾ ਕੁਝ ਦੇਣਗੇ। ਪਰ ਮੇਰੀ ਮਾਂ ਨਾ ਰੋਟੀ ਲਵੇ, ਨਾ ਇਹਨਾਂ ਤੋਂ ਕੱਪੜਾ ਲਵੇ, ਨਾ ਇਹਨਾਂ 'ਚ ਰਵੇ। ਆਹ ਦੇਖ ਹੱਥ ਬੰਨ੍ਹਦੀ ਆ। ਨਾ ਮੈਨੂੰ ਤਾਂ ਚਾਹ ਵਿੱਚ ਵੀ ਰਿੰਨ ਰਿੰਨ ਕੇ ਦਿੰਦੀ ਰਹੀ ਹੈ, ਇੱਕ ਘੁੱਟ ਭਰ ਕੇ ਜਦੇ ਰੱਖ ਦਿੰਦੀ ਸੀ। ਭੋਜਨ ਰਾਤ ਦੇ 'ਚ ਦੇਖ ਲੈਂਦੀ ਸੀ, ਜਦੇ ਵੀ ਖਾਣ ਵਾਲਾ ਨਹੀਂ, ਡਬਲ ਰੋਟੀ ਦੇ ਪੀਸ। ਦਿਨੇ ਦੁਪਹਿਰੇ ਹੀ ਕਦੇ ਕਿਸੇ ਦੇ ਖਾ ਕੇ ਆਉਣਾ ਇੱਕ ਫੁਲਕਾ, ਕਦੇ ਕਿਸੇ ਦੇ ਖਾ ਕੇ ਆਉਣਾ 2 ਫੁਲਕੇ ਸਵੇਰੇ ਦੇ ਕੇ। ਮੇਰੀ ਮਾਂ ਨੇ ਰੂੜੀ ਤੋਂ ਚੱਕ ਚੱਕ ਗੋਹੇ ਲਿਆ ਕੇ ਲੋਕਾਂ ਦੇ ਰੋਟੀ ਆਪ ਦਲੀਆ ਬਣਾਉਣਾ, ਆਪ ਇਹਨੇ ਰੋਟੀ ਪਕਾਉਣੀ। ਉਦੋਂ ਨਹੀਂ ਸੀ ਇਹ ਪਿੰਡ ਨੂੰ ਦੀਂਦੀ ਵੀ ਕ੍ਰਿਸ਼ਨਾ ਉਹ ਰੂੜੀ ਤੇ ਗੋਹੇ ਚੁਗੀ ਜਾਂਦੀ ਆ। ਹੈਂ ਵਿੱਚ ਹੀ ਲੋਕਾਂ ਦਾ ਗੰਦ ਵੀ ਹੁੰਦਾ, ਕੁੱਤਿਆਂ ਦਾ ਵੀ ਹੁੰਦਾ ਕਿ ਨਹੀਂ ਹੁੰਦਾ, ਸਾਰਾ ਕੁਝ ਹੁੰਦਾ। ਉਹਦੀਆਂ ਰੋਟੀਆਂ ਪਕਾਉਂਦੀ ਸੀ। ਜੇ ਮੈਂ ਹੁਣ 2 ਸਾਲ ਦੀ ਸਾਂਭਣ ਲੱਗ ਗਈ ਤਾਂ ਲੋਕਾਂ ਤੋਂ ਜਰੀ ਨਹੀਂ ਜਾਂਦੀ ਕਿ ਇਹ ਪਿਲਸਣ ਖਾਂਦੀ ਆ। ਵਕੀਲ ਬੋਲਦਾ ਵਾ ਵੀ ਕੁੜੀ ਨੂੰ ਪਿਲਸਣ ਦਾ ਲਾਲਚ ਆ। ਮੈਨੂੰ ਕੋਈ ਲਾਲਚ ਨਹੀਂ, ਮੇਰੇ ਬੱਚੇ ਸੈੱਟ ਨੇ। ਵੱਡਾ ਮੁੰਡਾ ਮੇਰਾ ਕੰਮ ਕਰਦਾ, 10-12 ਹਜ਼ਾਰ ਹੋਰ ਲੈਂਦਾ, 16 ਹਜ਼ਾਰ ਮੇਰੀ ਨੂੰਹ ਲੈਂਦੀ ਆ, 15 ਹਜ਼ਾਰ ਮੇਰਾ ਪੋਤਾ ਚੰਡੀਗੜ੍ਹ ਕੰਮ ਕਰਦਾ ਉਹ ਲੈਂਦਾ ਵਾ। ਮੈਨੂੰ ਆਪ ਪੈਨਸ਼ਨ 2.5 ਮਿਲਦੀ ਆ ਵਿਧਵਾ ਦੀ। ਮੈਂ ਵਿਆਹੇ ਗਏ, ਮੈਨੂੰ ਕੋਈ ਲਾਲਚ ਨਹੀਂ ਗਾ। ਤੇ ਤੁਸੀਂ ਨਹੀਂ ਕੋਈ ਵਕੀਲ ਕੀਤਾ ਉਹਨਾਂ ਦੇ ਖਿਲਾਫ, ਜਾਂ ਜਿਵੇਂ ਉਹਨਾਂ ਨੇ ਵਕੀਲ ਕੀਤਾ ਹੋਇਆ ਤੁਸੀਂ ਕੋਈ ਵਕੀਲ ਨਹੀਂ ਕੀਤਾ? ਸਾਡਾ ਵੀ ਕੀਤਾ ਹੋਇਆ ਜੀ, ਅਸੀਂ ਬੇਦਖਲ ਕਰ ਦਿੱਤਾ, ਸਾਰੇ ਕਾਗਜ਼ ਤਿਆਰ ਆ, ਸਾਰੇ ਲੱਗੀ ਹੋਈ ਆ। ਸਾਡੇ ਦਰਖਾਸਤ ਦੇਤੀ ਆ, ਬੀਬੀ ਬਿਆਨ ਦਿਆਈ ਆ, ਥਾਣੇ 'ਚ ਵੀ ਸੱਦਿਆ ਸੀਗਾ ਕੰਪਿਊਟਰ ਰਾਹੀਂ। ਵਕੀਲ ਤਾਂ ਸਾਡਾ ਵੀ ਉੱਥੇ ਪਰਸਨਲੀ ਹੈਗਾ, ਸ਼ੁਰੂ ਤੋਂ ਹੀ ਸਾਡੇ ਬੱਚੇ ਉਹਨਾਂ ਨਾਲ ਕੰਮ ਕਰਦੇ ਆ। ਲੜਕਾ ਮੇਰਾ ਵਕੀਲ ਦੀ ਗੱਡੀ ਤੇ ਨਾਲ 24 ਘੰਟੇ ਰਹਿੰਦਾ ਵਾ, ਕੀਤਾ ਹੋਇਆ। ਹੁਣ ਸਾਨੂੰ ਵਕੀਲ ਦੀ ਉਦਣੇ ਲੋੜ ਪਊਗੀ ਜਿੱਦਣੇ ਡੀਸੀ ਸਾਹਿਬ ਸਾਨੂੰ ਬੁਲਾਉਣਗੇ। ਸਾਡਾ ਉੱਥੇ ਕੀਤਾ ਹੋਇਆ, ਅਸੀਂ ਕੇਸ ਕੀਤਾ ਸੀ ਵੀ ਕਮਰਾ ਖੋਲ੍ਹ ਦਿਓ, ਇਹਨਾਂ ਨੇ ਕਮਰਾ ਖੋਲ੍ਹਿਆ ਨਹੀਂ। ਹੁਣ ਉਹ ਮੁੰਡੇ ਦੇ ਨਾਲ ਵਸੀਅਤ ਆ ਇਸ ਟਾਈਮ, ਉਹ ਮੁੰਡੇ ਕੋਲ ਆ ਜਿਹੜਾ ਤੁਹਾਡੇ ਨਾਲ ਆਇਆ, ਵਸੀਅਤ ਹੈਗੀ ਆ ਪੱਕੀ, ਸਾਰਾ ਕੁਝ ਹੈਗਾ ਵਾ। ਅਸੀਂ ਆਪਦਾ ਮਕਾਨ ਅੱਗੇ ਅਸੀਂ ਕਹਿੰਦੇ ਸੀ ਛੱਡਾਂਗੇ, ਪਰ ਹੁਣ ਨਹੀਂ ਛੱਡਦੇ। ਹੁਣ ਮੈਂ ਆਪਦਾ ਹਿੱਸਾ ਲੈ ਕੇ ਰਹੂੰਗੀ, ਮੈਂ ਨਹੀਂ ਛੱਡਦੀ। ਜਦੋਂ ਲੋਕਾਂ ਦੀਆਂ ਕੁੜੀਆਂ ਲੈਂਦੀਆਂ ਨੇ, ਜੱਟਾਂ ਦੀਆਂ ਕੁੜੀਆਂ ਕਿੱਲਾ ਕਿੱਲਾ ਜ਼ਮੀਨ ਲੈਂਦੀਆਂ ਨੇ, ਮੈਂ ਆਪਦਾ ਹਿੱਸਾ ਲਵਾਂਗੀ। ਤੇ ਤੁਸੀਂ ਹੁਣ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਕਿ ਤੁਹਾਡੀ ਵੱਧ ਤੋਂ ਵੱਧ ਜਿਹੜੀ ਮਦਦ ਕੀਤੀ ਜਾਏ? ਤੁਸੀਂ ਆਪ ਅਪੀਲ ਇੱਕ ਵਾਰ ਕਰ ਦਿਓ। ਸਾਡੀ ਇਹੀ ਹੈ ਮਦਦ ਵੀ ਸਾਡਾ ਮਕਾਨ ਸਾਨੂੰ ਦਿਵਾਇਆ ਜਾਵੇ। ਸਾਡੀ ਹੋਰ ਕੋਈ ਅਸੀਂ ਕੱਪੜਾ ਨਹੀਂ ਮੰਗਦੇ, ਕੋਈ ਪੈਸਾ ਨਹੀਂ ਮੰਗਦੇ, ਕੁਛ ਨਹੀਂ ਮੰਗਦੇ, ਬਸ ਸਾਡਾ ਮਕਾਨ ਸਾਨੂੰ ਦਿਵਾਇਆ ਜਾਵੇ, ਹੋਰ ਸਾਡੀ ਕੋਈ ਹੈ ਨਹੀਂ ਗੀ। ਮਾਤਾ ਜੀ ਬੋਲ ਦੇਣਗੇ ਇੱਕ ਵਾਰ? ਹਾਂ ਦੱਸ ਦੂਗੀ ਮਾਂ, ਬੋਲ ਦੋ। ਆਰੇ ਹੁਣ ਦਰਦ ਉੱਠ ਕਰਿਆ, ਕੋਈ ਨਹੀਂ, ਬਸ ਕੋਈ ਨਹੀਂ, ਮਾੜਾ ਜਿਹਾ ਰੋਕ ਪੁੱਛ ਲਓ, ਕੋਈ ਨਹੀਂ, ਦੱਸ ਦਿਓ। ਬੀਬੀ ਆ ਬੀਬਾ ਬੁਲਾਉਂਦੇ ਆ, ਬੋਲੋ। ਹਾਂ ਮਾਤਾ ਜੀ ਤੁਸੀਂ ਆਪਣਾ ਘਰ ਲੈਣਾ ਚਾਹੁੰਦੇ ਹੋ ਵਾਪਸ? ਹਾਂ ਤੇ ਤੁਸੀਂ ਇੱਕ ਵਾਰ ਕਹਿ ਦਿਓ, ਕਹਿ ਦਿਓ ਕਿ ਵੀ ਮੇਰਾ ਘਰ ਮੈਨੂੰ ਦਵਾ ਦਿਓ। ਹਾਂਜੀ, ਮੈਨੂੰ ਮੇਰਾ ਘਰ, ਮੈਂ ਆਪਦੇ ਘਰ ਵਿੱਚ ਬੈਠਾ, ਮੈਨੂੰ ਆਪਦਾ ਘਰ ਚਾਹੀਦਾ। ਮੈਂ ਲੋਕਾਂ ਦੇ
ਕਮਰਿਆਂ ਵਿੱਚ ਨਹੀਂ ਨਾ ਬੈਠਾਂ, ਮੈਂ ਆਪਦੇ ਘਰ ਵਿੱਚ ਬੈਠਾਂ। ਮੈਨੂੰ ਮੇਰਾ ਘਰ ਮਿਲਣਾ ਚਾਹੀਦਾ। ਪ੍ਰਸ਼ਾਸਨ ਨੂੰ ਸਾਡੀ ਤਾਂ ਇਹੀ ਹੈਗੀ ਆ, ਅਸੀਂ ਕੁਛ ਨਹੀਂ ਮੰਗਦੇ ਕਿਸੇ ਤੋਂ, ਸਾਡਾ ਮਕਾਨ ਸਾਰਾ ਖਾਲੀ ਕਰਾਇਆ ਜਾਵੇ। ਜਿੰਨਾ ਚਿਰ ਮਾਤਾ ਜਿਉਂਦੀ ਆ, ਮਾਤਾ ਰਹੂਗੀ, ਬਾਅਦ 'ਚ ਮਾਤਾ ਸਾਡੇ ਬੰਨਿਓ ਜਿਹਨੂੰ ਮਰਜ਼ੀ ਦੇ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ ਗਾ। ਤੇ ਇਸ ਘਰ ਵਿੱਚ ਜਿੱਥੇ ਤੁਸੀਂ ਰਹਿ ਰਹੇ ਹੋ, ਇਹ ਜਿਹੜਾ ਵੀ ਸਮਾਨ ਹੈ ਤੁਹਾਡਾ ਆਪਣਾ ਹੈ? 3 ਟਰੰਕ ਨੇ ਸਾਡੇ ਜੀ, 3 ਮੰਜੇ ਆ। ਆ ਬਾਕੀ ਪਰ ਬਈ ਸਾਡੇ ਖਾਲੀ ਡੱਬੇ ਨੇ ਜਿਨ੍ਹਾਂ ਵਿੱਚੋਂ ਸਮਾਨ ਉਧਰ ਪਿਆ ਵਾ, ਜਿਵੇਂ ਬਈ ਕੁੱਕਰ ਉਧਰ ਪਿਆ, ਉਹਦਾ ਡੱਬਾ ਪਿਆ ਵਾ। ਆ ਜਿਨ੍ਹਾਂ ਦਾ ਹੈਗਾ ਵਾ ਚੁੱਲ੍ਹਾ, ਉਹਨਾਂ ਦਾ ਡੱਬਾ ਪਿਆ ਵਾ। ਬਾਕੀ ਆ ਸਾਡੇ ਕੱਪੜੇ ਲੈਣ ਵਾਲੇ ਆ ਉੱਤੇ, ਜਿਹੜੇ ਕਿ ਵੀ ਸਾਨੂੰ ਵਿਆਹ ਦੇ ਵਿੱਚ ਇਕੱਠੇ ਹੋਏ ਸੀ, ਖੇਸ ਹੁੰਦੇ ਆ ਨਾ, ਕੰਬਲ ਕੁੰਬਲ ਲੋਕੀ ਦਿੰਦੇ ਆ, ਉਹ ਨੇ ਸਾਡੇ ਕੋਲੇ। ਹੋਰ ਸਾਡੇ ਕੋਲੇ ਕੁਛ ਨਹੀਂ। ਉਹਦੇ ਵਿੱਚ ਸਮਾਨ ਪਿਆ, ਰਜਾਈਆਂ, ਖੇਸ ਭਰੀ ਪਈ ਹੈ ਪੇਟੀ ਕੱਪੜਿਆਂ ਦੀ, ਨਾਲ ਭਾਂਡਿਆਂ ਦੀ। ਮੇਰੇ ਭਾਂਡੇ ਪਏ ਨੇ। ਸਾਡੇ ਕੋਲੇ ਕੁਛ ਨਹੀਂ, ਕੋਈ ਕੂਲਰ ਨਹੀਂ, ਕੋਈ ਪੱਖਾ ਨਹੀਂ, ਕੁਛ ਨਹੀਂ। ਅਸੀਂ ਮਾਵਾਂ ਧੀਆਂ ਨੇ ਸਾਰੀ ਗਰਮੀ ਕੱਟੀ ਆ, ਤਾਂ ਇੱਕ ਬਈ ਗਰਮੀ 'ਚ ਰਾਤ ਨੂੰ ਬਾਹਰ ਪੈਂਦੇ ਹਾਂ, ਗਰਮੀ 'ਚ ਪੈਂਦੇ ਹਾਂ। ਸਾਡੇ ਕੋਲੇ ਕੋਈ ਚੀਜ਼ ਨਹੀਂ। ਮੇਰਾ ਪੱਖਾ ਪਿਆ ਸੀ, ਮਾਤਾ 4 ਦਿਨ ਬਹੁਤ ਢਿੱਲੀ ਹੋ ਗਈ ਸੀ। ਮੇਰੇ ਚਾਚੇ ਦੇ ਲੜਕੇ ਨੇ ਉਹਨੂੰ ਆਖਿਆ ਵੀ ਗੁੱਡੀ ਦਾ ਡੱਬ ਵਾਲਾ ਪੱਖਾ ਦੇ ਦੇ। ਫਿਰ ਇਹਨੇ ਇੱਕ ਦਿਨ ਬਾਹਰ 'ਚ ਕੱਢ ਕੇ ਧਰਤਾ ਸੀ। ਮੇਰੀ ਭਤੀਜੀ ਨੂੰ ਕਹਿੰਦਾ ਵੱਡੇ ਦੀ ਕੁੜੀ ਨੂੰ, ਤੇਰੀ ਭੂਆ ਨੂੰ ਕਹਿ ਆਪਦਾ ਪੱਖਾ ਚੱਕ ਲੈ। ਮੈਂ ਆਪਦਾ ਪੱਖਾ ਚੱਕ ਲਿਆ। ਹੁਣ ਅਸੀਂ ਜਦੋਂ ਕਿਤੇ ਜ਼ਿਆਦਾ ਮਾਤਾ ਹੁੰਦੀ ਆ, ਔਖੀ ਸੌਖੀ ਆ, ਦੇਖ ਜਿਵੇਂ ਮੇਲਦੀ ਆ, ਮੈਂ ਪੱਖਾ ਲਾ ਕੇ ਪਾ ਦਿੰਦੀ ਹਾਂ। ਸਾਡੇ ਕੋਲੇ ਕੋਈ ਚੀਜ਼ ਨਹੀਂ। ਸਾਡੇ ਕੋਲੇ ਆਟਾ ਗੁੰਨਣ ਨੂੰ ਪ੍ਰਾਂਤ ਵੀ ਹੈ ਨਹੀਂ, ਉਹ ਵੀ ਸਾਡੀਆਂ ਉਸੇ ਕਮਰੇ 'ਚ ਆ। ਹੁਣ ਲੈ ਕੇ ਆਉਣਾ, ਹੁਣ ਲੈ ਕੇ ਆਉਂਗੀ ਜਾ ਕੇ। ਕਿਸੇ ਦੇ ਭਾਂਡੇ ਲਏ ਹੋਏ ਨੇ ਸਾਡੇ ਗਮਾਂਢੀਆਂ ਦੇ। ਸਿਰੇ ਤੇ ਘਰ ਨੇ ਸਾਰੇ। 6 ਘਰ ਆ ਗਲੀ ਦੇ ਵਿੱਚ। ਇਸ ਜਨਾਨੀ ਨਾਲ ਕੋਈ ਨਹੀਂ 6 ਘਰਾਂ 'ਚੋਂ ਬੋਲਦਾ। ਕਿਉਂ ਨਹੀਂ ਬੋਲਦਾ? ਆ ਮਾਤਾ ਕਰਕੇ ਵੀ ਜੇ ਇੱਕ ਬੁੜੀ ਨੇ ਇੰਨਾ ਕੁਛ ਕਰਦੀ ਹੋਈ ਨੇ, ਇੰਨੀ ਕਮਾਈ ਕਰਕੇ ਘਰ ਬਣਾ ਕੇ, ਅੱਜ ਉਸ ਬੁੜੀ ਨੂੰ ਸੜਕ ਤੇ ਖੜੀ ਕਰਤਾ ਇਹਨਾਂ ਨੇ। ਰੋਟੀ ਕਿੱਥੋਂ ਖਾਂਦੇ ਹੋ ਤੁਸੀਂ? ਆਪ ਇੱਕ ਵਾਰ ਦੱਸ। ਹਾਂਜੀ, ਰੋਟੀ ਦਾ ਕਿਵੇਂ ਕਰਦੇ ਹੋ ਤੁਸੀਂ? ਰੋਟੀ ਅਸੀਂ ਸਵੇਰੇ ਜੀ ਗੁਰਦੁਆਰੇ ਮੈਂ ਜਾਂਦੀ ਹਾਂ, ਉਦੋਂ 2 ਫੁਲਕੇ ਵੱਧ ਲਿਆਉਂਦੇ ਹਾਂ, ਉਹੀ ਸਵੇਰ ਦੇ ਲਿਆਂਦੇ ਹੋਏ ਅਸੀਂ ਰਾਤ ਨੂੰ ਖਾਂਦੇ ਹਾਂ। ਮਾਤਾ ਨੂੰ ਰੋਟੀ ਮੈਂ ਦਾਲ ਪਾਣੀ 'ਚ ਚੂਰ ਦਿੰਦੀ ਹਾਂ, ਜਿਹੜਾ ਉੱਥੋਂ ਲਿਆਉਂਦੀ ਹਾਂ। ਜੇ ਨਹੀਂ ਲਿਆਉਂਦੀ ਤਾਂ ਕਿਤੇ ਕਦੇ ਦਹੀਂ ਨਾਲ ਚੂਰਤੀ, ਕਦੇ ਚੂਰੀ ਕੁੱਟਤੀ, ਉਹਦੇ ਨਾਲ ਮਾਤਾ ਖਾ ਲੈਂਦੀ ਆ। ਮੈਂ ਜਿਹੜੀਆਂ 2 ਰੋਟੀਆਂ ਬਾਕੀ ਬਚਦੀਆਂ, ਉਹ ਮੈਂ ਸ਼ਾਮ ਨੂੰ ਖਾ ਲੈਂਦੀ ਹਾਂ। ਤੇ ਜਦ ਉਹਨਾਂ ਨੇ ਮਾਤਾ ਜੀ ਨੂੰ ਕੱਢਿਆ ਘਰੋਂ ਬਾਹਰ, ਤਾਂ ਕੁਝ ਵੀ ਸਮਾਨ ਨਹੀਂ ਦਿੱਤਾ, ਇਦਾਂ ਹੀ ਘਰੋਂ ਕੱਢ ਦਿੱਤਾ? ਨਹੀਂ, ਸਾਡੇ ਕੋਲੇ ਸਮਾਨ ਜੀ, ਅਸੀਂ ਸਮਾਨ ਤਾਂ ਤੁਹਾਨੂੰ ਦੱਸੀ ਜਾਂਦੀ ਆ ਵੀ ਰੱਖ ਗਏ ਅਸੀਂ ਉੱਥੋਂ ਲਿਆ ਕੇ। 8 ਰਜਾਈਆਂ, ਸਾਰੇ ਭਾਂਡੇ ਅੰਦਰ ਨੇ। ਭਾਂਡੇ ਲਿਆ ਕੇ ਰੱਖ ਗਈ। ਪ੍ਰਾਂਤਾਂ ਨੇ ਮੇਰੀਆਂ 2 ਬਾਹਰ ਕੱਢੀਆਂ ਹੋਈਆਂ ਸੀ। ਕੁੱਕਰ ਆ ਜੀ, ਤੇ ਪਤੀਲੀ ਦਾਲ ਵਾਲੀ ਆ, 4 ਟੋਪੀਏ ਚਾਹ ਵਾਲੇ ਨੇ, 2 ਦੁੱਧ ਵਾਲੇ ਨੇ, 2 ਚਾਹ ਵਾਲੇ ਨੇ। ਇੱਕ ਟੋਪੀਏ 'ਚ ਜਿਵੇਂ ਆਪਾਂ ਵੱਧ ਦੁੱਧ ਲੈ ਲੈਂਦੇ ਆ, ਕਈ ਵਾਰੀ 2-4 ਕਿਲੋ ਦੀ ਲੋੜ ਆ, ਉਹ ਵੀ ਸਾਰਾ ਮਾਂਜ ਕੇ ਰੱਖ ਕੇ ਗਈਆਂ, ਚਣ ਕੇ ਗਈਆਂ। ਐਡੀ ਕਲਵਾਰੀ ਆ ਉਸ ਕਮਰੇ 'ਚ। ਆਟੋ ਵਾਲੇ ਗੱਡੀ ਆ, ਇੱਕ ਕੋਲੇ, ਛੋਟੇ ਕੋਲੇ ਇੱਕ ਆਟੋ ਆ ਮੁੰਡੇ ਕੋਲੇ, ਜਿਹੜਾ ਸਾਰਾ ਕੁਛ ਸਮਾਨ ਰਖਾ ਕੇ ਗਿਆ ਵਾ। ਜਦੋਂ ਨਾਲ ਵਿਆਹ ਸੀ ਉਸ ਤੋਂ ਬਾਅਦ ਸਾਨੂੰ ਛਾਉਣੀ ਦੇ ਨਾਲ ਸੂਏ ਕੰਨੀ ਰਹਿੰਦੇ ਨੇ। ਵੀ ਕਿਉਂ ਪੜ੍ਹੀਆਂ ਲਿਖੀਆਂ ਹਰ ਕੋਈ ਸੈੱਟ ਭਾਲਦਾ ਪਈ। ਸੱਚੀ ਗੱਲਾਂ ਦੱਸਾਂਗੇ। ਉਹ ਕਹਿੰਦੀ ਮੰਮਾ ਆਪਦੇ ਭਾਂਡੇ ਕੀ ਕਰਨੇ ਆ ਰੱਖ ਕੇ? ਵੀ ਮੈਂ ਭਾਂਡੇ ਆਪਦੇ ਕੱਢਦੀ ਹਾਂ, ਤੁਸੀਂ ਆਪਦੇ ਭਾਂਡੇ ਇਕੱਠੇ ਕਰ ਲਓ। ਮੈਂ ਜਿਹੜੇ ਉਹਨੇ ਲੋੜੀ ਦੇ ਸੀ ਉਹ ਉਹਨੇ ਰੱਖ ਲਏ, ਬਾਕੀ ਉਹਨੇ ਇਕੱਠੇ ਕਰਤੇ। ਇਕੱਠੇ ਕਰਕੇ ਕਾਰਟੂਨ ਭਰ ਕੇ ਭਾਂਡਿਆਂ ਦਾ, 18 ਗਲਾਸ ਨੇ, ਥਾਲ ਨੇ, ਪਲੇਟਾਂ ਨੇ, ਹੌਕਨਸ ਦਾ ਕੁੱਕਰ ਆ, ਸਾਰੇ ਮੈਂ ਭਾਂਡੇ ਲਿਆ ਕੇ ਇੱਥੇ ਮਾਂਜ ਕੇ ਰੱਖ ਕੇ ਗਈਆਂ। 8 ਬਿਸਤਰੇ ਲਗਾਈ ਸੀ, ਉਹ ਵੀ ਪੇਟੀ 'ਚ ਪਾ ਕੇ ਗਈਆਂ। ਪਰ ਤੁਸੀਂ ਤਾਂ ਹੱਲੇ ਸਾਨੂੰ ਦੱਸਿਆ ਕਿ ਜਿਵੇਂ ਤੁਹਾਡੇ ਕੋਲ ਪਰਾਤ ਵਗੈਰਾ ਵੀ ਕੁਝ ਨਹੀਂ ਹੈਗੀ ਇਸ ਵੇਲੇ, ਤੇ ਸਾਰਾ ਕੁਝ ਉਧਰ ਹੀ ਉਹਨਾਂ ਕੋਲ ਹੈਗਾ? ਸਾਡਾ ਉਸ ਕਮਰੇ 'ਚ ਹੀ ਆ ਜੀ ਸਾਰਾ ਕੁਝ। ਉਹਨਾਂ ਨੇ ਕੁਝ ਵੀ ਨਹੀਂ ਦਿੱਤਾ ਤੁਹਾਨੂੰ? ਨਾ, ਉਹਨਾਂ ਨੇ, ਅਸੀਂ ਕਿਹਾ ਵੀ ਮੈਨੂੰ, ਲੋਕਾਂ ਨੇ ਵੀ ਕਿਹਾ ਵੀ ਚੱਲ ਆਟਾ ਗੁੰਨ ਕੇ ਰੋਟੀ ਤਾਂ ਪਕਾ ਲੈਣਗੀਆਂ, ਜਦੋਂ ਆਟਾ ਤਾਂ ਆਪਾਂ ਮੁੱਲ ਹੀ ਲੈਣਾ। ਨਹੀਂ ਦਿੱਤਾ ਕੁਛ ਵੀ ਸਾਨੂੰ। ਸਾਡੀ ਗਮਾਂਢਣ ਆ ਰਹਿੰਦੇ ਆ ਨਾਲ, ਉਹਨੇ ਮੈਨੂੰ, ਤੁਹਾਨੂੰ ਟੋਪੀਆਂ ਦਿਖਾ ਦਿੰਦੀਆਂ, ਆਹ ਟੋਪੀਆਂ ਉਹਨੇ ਮੈਨੂੰ ਚਾਹ ਕਰਨ ਨੂੰ ਦਿੱਤਾ। ਇਸੇ ਟੋਪੀ ਜੀ 'ਚ ਮੈਂ ਘੁੱਟ ਦੁੱਧ ਤੱਤਾ ਕਰ ਲੈਂਦੀ ਹਾਂ, ਜਿਹੜਾ ਲੈਂਦੀ ਹਾਂ ਇਸੇ 'ਚ ਚਾਹ ਕਰ ਲੈ। ਹੋਰ ਸਾਡੇ ਕੋਲ ਕੁਛ ਨਹੀਂ। 4 ਗਲਾਸ ਦਿੱਤੇ ਆ ਵਿਚਾਰੀ ਨੇ। ਆਹ ਕੱਪ ਕੁੱਪ ਮੇਰਾ ਮੁੰਡਾ ਹੁਣ ਦੇ ਕੇ ਗਿਆ ਵਾ। ਪਾਣੀ ਪੂਣੀ ਪੀਣ ਨੂੰ ਸਾਨੂੰ ਕੋਈ ਵੀ ਚੀਜ਼ ਦਿਖਾਓ, ਸਾਡੇ ਕੋਲੇ ਕੁਛ ਵੀ ਹੈ ਨਹੀਂ ਗਾ।
ਤਾਂ ਜਿਵੇਂ ਕਿ ਤੁਸੀਂ ਦੇਖਿਆ ਕਿ ਇੱਕ ਮਾਂ ਨੂੰ ਜਿਸ ਉਮਰ ਵਿੱਚ ਸਹਾਰੇ ਦੀ ਲੋੜ ਹੁੰਦੀ ਹੈ, ਜਿਸ ਨੇ ਆਪਣੇ ਬੱਚਿਆਂ ਲਈ ਆਪ ਦਰ-ਦਰ ਦੀ ਠੋਕਰਾਂ ਖਾ ਕੇ ਉਹਨਾਂ ਦੀ ਜ਼ਿੰਦਗੀ ਸਵਾਰੀ ਹੈ, ਉਹਨਾਂ ਲਈ ਕਿੰਨੀ ਕੁਰਬਾਨੀਆਂ ਦਿੱਤੀਆਂ ਨੇ, ਲੋਕਾਂ ਦੇ ਘਰ ਘਰ ਜਾ ਕੇ ਕੰਮ ਕੀਤਾ, ਜਿਸ ਨੂੰ ਉਸ ਦੀ ਨੂੰਹ ਨੇ ਵੀ ਕਿਹਾ, ਦੇਖ ਸਕਦੇ ਹੋ ਤੁਸੀਂ ਕਿ ਉਹਨਾਂ ਨੂੰ ਕੁਝ ਮਾਰ ਕੇ, ਜਿਸ ਦੇ ਨਾਲ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ, ਕਦੇ ਕੁਝ ਖਾਣ ਪੀਣ ਨੂੰ ਨਹੀਂ ਦਿੱਤਾ। ਆ ਤੁਸੀਂ ਵੀ ਸਭ ਕੁਝ ਦੇਖਿਆ, ਤੇ ਜੇ ਉਹਨਾਂ ਦੀ ਕੁੜੀ ਉਹਨਾਂ ਦੀ ਮਦਦ ਕਰਦੀ ਹੈ ਤੇ ਉਹਨਾਂ ਦੇ ਵੀ ਸਾਰੇ ਅਗੇਂਸਟ ਹੋ ਜਾਂਦੇ ਨੇ। ਤਾਂ ਸਾਡੀ ਇਹ ਆਪਣੇ ਚੈਨਲ ਰਾਹੀਂ ਤੁਹਾਡੇ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਮਾਵਾਂ ਧੀਆਂ ਦੀ ਜਿਹੜੀ ਹੈ, ਇਹਨਾਂ ਦੀ ਜਿਹੜੀ ਗੁਹਾਰ ਹੈ ਸੁਣੀ ਜਾਵੇ, ਇਹ ਆਵਾਜ਼ ਸੁਣੀ ਜਾਏ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਹੈ ਇਨਸਾਫ ਮਿਲੇ, ਇਹਨਾਂ ਨੂੰ ਆਪਣਾ ਘਰ ਮਿਲੇ। ਮਾਤਾ ਜੀ ਨੂੰ ਆਪਣਾ ਜਿਹੜਾ ਬਣਿਆ ਬਣਾਇਆ ਘਰ ਹੈ, ਜਿਸ ਦੇ ਘਰ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਲੋਕਾਂ ਦੇ ਘਰਾਂ ਵਿੱਚ ਰਹਿਣਾ ਪੈ ਰਿਹਾ, ਲੋਕਾਂ ਤੋਂ ਮੰਗ ਕੇ ਬਰਤਨ ਚੁੱਲ੍ਹਾ ਵੀ ਸਭ ਕੁਝ ਮੰਗ ਕੇ ਰਹਿਣਾ ਪੈ ਰਿਹਾ ਹੈ। ਤੇ ਅਜਿਹੀ ਮਾਤਾ ਨੂੰ ਤਾਂ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ। ਤਾਂ ਹੋਰ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਮੈਂ ਸ਼ਬਰੀਤ ਕੌਰ, ਕੈਮਰਾਮੈਨ ਦੀਪਕ ਹੀਵਾ ਦੇ ਨਾਲ, ਲੁਧਿਆਣਾ ਟਾਈਮਸ।